ਪਰ ਜੋਵਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਣ, ਮੁਖ ਅਪਿਆਓ ਬੈਠ ਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੁਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਬਖਸ਼ ਲਿਹੋ ਤੋ ਨਾਨਕ ਸੀਜੈ। ਕਬੀਰ ਨੌਬਤ ਆਪਣੀ, ਦਿਨ ਦਸ ਲਿਹੋ ਬਜਾਏ। ਨਦੀ ਨਾਮ ਸੰਜੋਗ ਜਿਉ, ਬਹੁਰ ਨ ਮਿਲਹਿ ਆਏ। ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਸਾਡੇ ਉੱਪਰ ਤਰਸ ਕਰਕੇ ਸਾਨੂੰ ਸਾਧ ਸੰਗਤ ਦੀ ਬਖਸ਼ਿਸ਼ ਕੀਤੀ ਹੈ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਪਾਂ ਆਰੰਭ ਕਰੀਏ। ਉਸ ਤੋਂ ਪ੍ਰਥਮ ਪਿਆਰ ਅਦਬ ਸਤਿਕਾਰ ਦੇ ਨਾਲ ਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮ ਸ੍ਰੀ ਮੁਖਵਾਕ ਸਾਹਿਬ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ 711 ਅੰਗ ਤੋਂ ਆਰੰਭ ਹੋ ਕੇ 712 ਅੰਗ ਤੇ ਸਮਾਪਤ ਹੋ ਜਾਂਦਾ ਹੈ। ਟੋਡੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਦੇ ਅੰਦਰ ਵਾਹਿਗੁਰੂ ਨੂੰ ਭੁਲਾ ਕੇ ਆਪਣੇ ਚੇਤਿਆਂ ਦੇ ਵਿੱਚੋਂ ਉਹਨੂੰ ਵਿਸਾਰ ਕੇ ਜ਼ਿੰਦਗੀ ਬੰਦੇ ਦੀ ਭਾਵੇਂ ਲੰਮੀ ਉਮਰ ਹੋਵੇ ਪਰ ਉਹ ਸੱਪ ਦੇ ਵਾਂਗ ਹੋ ਜਾਂਦੀ ਆ। ਜਿਵੇਂ ਸਰਪ ਦੀ ਉਮਰ ਹੁੰਦੀ ਆ ਬੜੀ ਲੰਮੀ, ਪਰ ਉਹਦੇ ਵਿੱਚ ਜ਼ਹਿਰ ਹੀ ਜ਼ਹਿਰ ਹੁੰਦਾ। ਭਾਵੇਂ ਉਹ 100 ਸਾਲ ਜਿਉਂਦਾ ਹੈ, 150 ਸਾਲ, 200 ਸਾਲ, ਪਰ ਉਹਦੇ ਅੰਦਰ ਜ਼ਹਿਰ ਹੋਣ ਕਰਕੇ ਉਹਦਾ ਇਤਨਾ ਲੰਮਾ ਜੀਵਨ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ। ਉਹ ਬੰਦੇ ਜਿਹੜੇ ਰੱਬ ਨੂੰ ਭੁਲਾ ਦਿੰਦੇ ਨੇ, ਉਹਨਾਂ ਦਾ ਜੀਵਨ ਵੀ ਉਹ ਸੱਪ ਦੇ ਵਾਂਗ ਹੀ ਜਾਣੋ, ਜਿਹੜਾ ਨਿੱਤ ਹੀ ਆਪਣੇ ਅੰਦਰ ਆਪਣੇ ਜ਼ਹਿਰ ਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਤੇ ਦੂਜਿਆਂ ਨੂੰ ਵੀ ਕਰਦਾ। ਟੋਡੀ ਮਹੱਲਾ ਪੰਜਵਾ। ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਨੂੰ ਭੁਲਾ ਕੇ ਹਰੀ ਨੂੰ ਵਿਸਾਰ ਕੇ ਇਨਸਾਨ ਨੇ ਸਦਾ ਹੀ ਖੁਆਰ ਹੋਣਾ। ਇਨਸਾਨ ਦੇ ਹਿੱਸੇ ਖੁਆਰ ਹੋਣਾ ਹੀ ਆਇਆ ਵਾ। ਹਰੀ ਨੂੰ ਭੁਲਾ ਕੇ ਹਰ ਬਿਸਰਤ ਸਦਾ ਖੁਆਰੀ। ਪਰਮਾਤਮਾ ਨੂੰ ਵਿਸਾਰ ਕੇ ਦੇਖੋ, ਉਹਦੇ ਗੁਣਾਂ ਨੂੰ ਭੁਲਾ ਦੇਣਾ, ਗੁਣਾਂ ਨੂੰ ਯਾਦ ਨਾ ਰੱਖਣਾ, ਚੰਗੀਆਂ ਚੀਜ਼ਾਂ ਨੂੰ ਯਾਦ ਨਾ ਕਰਨਾ, ਸ਼ੁਕਰ ਨਾ ਕਰਨਾ, ਸਬਰ ਨਾ ਕਰਨਾ, ਸੰਤੋਖ ਦਾ ਨਾ ਹੋਣਾ, ਇਹੀ ਬੰਦੇ ਦੀ ਜ਼ਿੰਦਗੀ ਨੂੰ
ਸੱਪ ਦੇ ਵਾਂਗ ਜ਼ਹਿਰ ਭਰਿਆ ਬਣਾ ਦਿੰਦਾ ਹੈ। ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਪਰ ਜਿਹੜੇ ਜੀ ਨੂੰ ਤੇਰਾ ਆਸਰਾ ਹੈ, ਤੇਰੀ ਟੇਕ ਹੈ, ਜਿਸ ਨੂੰ ਵੀ ਤੇਰੇ ਤੇ ਭਰੋਸਾ ਭਾਵ ਕਿ ਉਹਨੂੰ ਫਿਰ ਧੋਖਾ ਕਿੱਥੇ ਲੱਗ ਸਕਦਾ ਹੈ। ਉਹਨੂੰ ਜ਼ਿੰਦਗੀ ਜਿਉਣ ਦੀ ਕਲਾ ਹੁਣ ਆ ਚੁੱਕੀ ਆ। ਉਹਦਾ ਜੀਵਨ ਫੁੱਲਾਂ ਦੇ ਵਾਂਗ ਖਿੜਿਆ ਖਿੜਿਆ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਉਹ ਸਦਾ ਵਿਗਾਸ ਦੇ ਵਿੱਚ, ਚਾਉ ਦੇ ਵਿੱਚ, ਖੇੜਿਆਂ ਦੇ ਵਿੱਚ ਰਹਿੰਦਾ ਹੈ। ਉਹ ਜਿਹੜਾ ਤੇਰੇ ਤੇ ਟੇਕ, ਤੇਰਾ ਸਹਾਰਾ ਤੱਕਦਾ ਹੈ। ਰਹਾਓ ਠਹਿਰਾਓ ਦੇ ਕੇ ਅੱਗੇ ਕਹਿ ਰਹੇ ਨੇ ਗੁਰੂ ਸਾਹਿਬ ਜੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਉਹ ਹਰ ਦਿਨ ਤੈਨੂੰ ਜਿਹੜਾ ਮੈਂ ਚੇਤੇ ਕੀਤੇ ਬਿਨਾਂ ਲੰਘਾ ਦਿੰਨਾ, ਉਹ ਹਰ ਘੜੀ, ਉਹ ਹਰ ਪਲ, ਉਹ ਹਰ ਨਿਮਖ, ਉਹ ਹਰ ਇੱਕ ਸੈਕਿੰਡ ਜਿਹੜਾ ਮੈਂ ਤੇਰੀ ਯਾਦ ਤੋਂ ਬਿਨਾਂ ਲੰਘਾਉਂਦਾ ਹਾਂ, ਉਹ ਇਉਂ ਆ ਜਿਵੇਂ ਸੱਪ ਹੁੰਦਾ ਜ਼ਹਿਰ ਦੇ ਨਾਲ ਭਰਿਆ ਹੋਇਆ, ਆਪਣੀ ਜ਼ਹਿਰ ਦੇ ਕਰਕੇ ਹੀ ਪਰੇਸ਼ਾਨ ਹੁੰਦਾ। ਉਵੇਂ ਵੀ ਮੇਰਾ ਜੀਵਨ ਤੇਰੇ ਸਿਮਰਨ ਤੋਂ ਬਿਨਾਂ ਹੈ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਜੇ ਕੋਈ ਧਰਤੀ ਦੇ 9 ਹਿੱਸਿਆਂ ਨੂੰ ਜਿੱਤ ਲਵੇ, ਰਾਜ ਵੀ ਕਮਾ ਲਵੇ, ਪਰ ਅੰਤ ਸਮੇਂ ਉਹ ਹਾਰ ਕੇ ਇਸ ਜੂਏ ਜਨਮ ਨੂੰ ਜਾਂਦਾ ਹੈ। ਉਹਦਾ ਕਾਰਨ ਉਹਨੇ ਉਹ ਨਹੀਂ ਖੱਟਿਆ ਜੋ ਅਸਲ ਦੇ ਵਿੱਚ ਉਹਦੀ ਅਸਲ ਦੌਲਤ ਸੀ। ਉਹਨੂੰ ਉਹਦੀ ਸਮਝ ਨਹੀਂ ਪਈ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਪਰਮਾਤਮਾ ਦੇ ਗੁਣ ਗਾਣੇ ਖਜ਼ਾਨਾ ਹੀ ਸਮਝੋ। ਨਿਧਾਨ ਦੇ ਅਰਥ ਹੁੰਦੇ ਆ ਖਜ਼ਾਨਾ। ਪਰ ਇਹ ਕਿਹਨੇ ਗਾਏ ਨੇ? ਹਰ ਬੰਦਾ ਨਹੀਂ ਨਾ ਗਾ ਸਕਦਾ। ਉਹਨੇ ਗਾਏ ਨੇ ਜਾ ਕੋ ਕਿਰਪਾ ਧਾਰੀ, ਜਿਹਦੇ ਤੇ ਮਿਹਰ ਹੋ ਗਈ, ਜਿਹਦੇ ਉੱਪਰ ਕਿਰਪਾ ਹੋ ਗਈ। ਉਹਨੇ ਹੀ ਤਾਂ ਇਹਨਾਂ ਗੁਣਾਂ ਨੂੰ ਗੁਰੂ ਦੇ ਸਿੱਖੋ ਗਾਇਆ ਹੈ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਫਿਰ ਉਹ ਸੁਖੀਆ ਹੈ ਬੰਦਾ, ਉਹ ਵਿਗਾਸ ਵਿੱਚ ਆ ਤੇ ਮੁਬਾਰਕ ਆ ਉਹਦੀ ਜ਼ਿੰਦਗੀ ਨੂੰ। ਬਲਹਾਰੇ ਜਾਂਦੇ ਨੇ ਗੁਰੂ ਸਾਹਿਬ ਵੀ ਉਸ ਸਿੱਖ ਤੋਂ ਜਿਹੜਾ ਸਿਮਰਨ ਕਰਨ ਲੱਗ ਜਾਂਦਾ ਹੈ। ਸਿਮਰਨ ਕਰਕੇ ਨਾਮ ਜਪ ਜਪ ਕੇ ਨਾਮੀ ਤੱਕ ਨੇੜੇ ਹੋ ਜਾਂਦਾ ਹੈ। ਨਹੀਂ ਤਾਂ ਫਿਰ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਇਸ ਕਰਕੇ ਉਹ ਬੰਦਾ ਜਿਹੜਾ ਕਦੇ ਵੀ ਤੈਨੂੰ ਯਾਦ ਨਹੀਂ ਕਰਦਾ ਗੁਰੂ ਜੀ, ਉਹ ਇੱਕ ਉਹ ਵਾਲਾ ਸੱਪ ਹੈ ਜਿਹਦੇ ਅੰਦਰ ਬਹੁਤ ਜ਼ਿਆਦਾ ਜ਼ਹਿਰ ਭਰੀ ਹੋਈ ਆ। ਪਹਿਲਾਂ ਉਹ ਆਪ ਪਰੇਸ਼ਾਨ ਹੋਵੇਗਾ ਆਪਣੀ ਜ਼ਹਿਰ ਕਰਕੇ, ਫਿਰ ਉਹ ਦੂਜਿਆਂ ਨੂੰ ਪਰੇਸ਼ਾਨ ਕਰੇਗਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬਿਨਾਂ ਸਿਮਰਨ ਤੋਂ ਬੰਦੇ ਦਾ ਜੀਵਨ ਇਉਂ ਜਾਣੋ ਜਿਵੇਂ ਜ਼ਹਿਰ ਨਾਲ ਭਰਿਆ ਹੋਇਆ ਸੱਪ ਹੁੰਦਾ ਹੈ। ਉਹਦੀ ਚਾਲ ਜਿਵੇਂ ਟੇਢੀ ਹੁੰਦੀ ਆ। ਸਰਪ ਕਦੇ ਵੀ ਸਿੱਧਾ ਨਹੀਂ ਜਾਂਦਾ ਹੁੰਦਾ। ਤੁਸੀਂ ਕਦੇ ਧਿਆਨ ਦੇ ਨਾਲ ਦੇਖਿਓ, ਪੈਲੀ ਭਾਵੇਂ ਵਾਹੀ ਹੋਈ ਹੋਵੇ, ਸੁਹਾਗਾ ਭਾਵੇਂ ਫੇਰਿਆ ਹੋਵੇ, ਸੱਪ ਨੂੰ ਤੁਸੀਂ ਉਹਦੇ ਵਿੱਚ ਛੱਡ ਦਿਓ, ਪਰ ਉਹ ਸਿੱਧਾ ਨਹੀਂ ਜਾਵੇਗਾ, ਟੇਢਾ ਹੀ ਜਾਊਗਾ, ਟੇਢਾ ਹੀ ਜਾਊਗਾ। ਕਾਰਨ ਉਹਦਾ ਕੀ ਆ? ਉਹਦੇ ਅੰਦਰਲੀ ਜ਼ਹਿਰ ਉਹਨੂੰ ਸਿੱਧਾ ਤੁਰਨ ਤੇ ਪ੍ਰੇਰਿਤ ਨਹੀਂ ਕਰਦੀ, ਟੇਢਾ ਤੁਰਨ ਲਈ ਹੀ ਆਖਦੀ ਆ, ਉਹਦੀ ਜ਼ਹਿਰ ਹੀ। ਇਸ ਕਰਕੇ ਉਹ ਆਪ ਵੀ ਪਰੇਸ਼ਾਨ ਰਹਿੰਦਾ। ਹੁਣ ਮੈਂ ਆਪ ਜੇ ਮੰਨ ਲਓ ਪਰੇਸ਼ਾਨ ਆ ਬਹੁਤ ਜ਼ਿਆਦਾ, ਤਾਂ ਮੈਂ ਆਪਦੇ ਆਸੇ ਪਾਸੇ ਜਿਹੜੇ ਮੇਰੇ ਸੰਪਰਕ ਦੇ ਵਿੱਚ ਲੋਕ ਨੇ ਉਹਨਾਂ ਨੂੰ ਵੀ ਮੈਂ ਉਦਾਸ ਹੀ ਕਰੂੰਗਾ ਨਾ, ਮੈਂ ਦੁਖੀ ਕਰ ਦੇਣਾ ਉਹਨਾਂ ਨੂੰ। ਮੈਂ ਜੇ ਖੁਸ਼ ਮਿਜਾਜ ਹਾਂ, ਜਿਹੜੇ ਬੰਦੇ ਦੀ ਸੈਂਸ ਆਫ ਹਿਊਮਰ ਬਹੁਤ ਚੰਗੀ ਹੁੰਦੀ ਆ, ਖੁਸ਼ ਮਿਜਾਜ ਜਿਹੜੇ ਲੋਕ ਹੁੰਦੇ ਨੇ,
ਉਹ ਆਪ ਖੁਸ਼ ਰਹਿੰਦੇ ਨੇ, ਦੂਜਿਆਂ ਨੂੰ ਸੁੱਖ ਦਿੰਦੇ ਨੇ। ਮੈਂ ਇੱਕ ਪੁਸਤਕ ਪੜ੍ਹੀ ਸੀ, ਬੜੀ ਸੁੰਦਰ ਹੈ, ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਆ। ਕਹਿੰਦੇ ਨੇ ਕਿ ਖੜਕਾ ਨਾ ਕਰਨਾ ਉਹ ਕਿਤਾਬ ਦਾ ਨਾਮ ਹੈ। ਕਹਿੰਦੇ ਚੰਗੇ ਲੋਕ ਕੁਝ ਹੋਰ ਹੁੰਦੇ ਨੇ, ਸੋਹਣੇ ਹੋਣਾ ਕੁਝ ਹੋਰ ਹੁੰਦਾ ਹੈ। ਖੂਬਸੂਰਤ ਔਰਤਾਂ ਜਿਹੜੀਆਂ ਹੁੰਦੀਆਂ ਨੇ, ਜ਼ਰੂਰੀ ਨਹੀਂ ਹੁੰਦਾ ਉਹ ਸੋਹਣੀਆਂ ਹੋਣ। ਸੋਹਣੀਆਂ ਔਰਤਾਂ ਖੂਬਸੂਰਤ ਨਹੀਂ ਹੁੰਦੀਆਂ, ਖੂਬਸੂਰਤ ਲੋਕ ਸੋਹਣੇ ਨਹੀਂ ਹੁੰਦੇ, ਤੇ ਸੋਹਣੇ ਲੋਕ ਖੂਬਸੂਰਤ ਨਹੀਂ ਹੁੰਦੇ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਸੋਹਣਾ ਹੋਵੇਗਾ ਉਹ ਚੰਗਾ ਹੋਵੇਗਾ। ਇਹ ਵੀ ਜ਼ਰੂਰੀ ਨਹੀਂ ਹੁੰਦਾ ਜਿਹੜਾ ਚੰਗਾ ਹੋਵੇਗਾ ਉਹ ਖੂਬਸੂਰਤ ਹੋਵੇਗਾ। ਇਸ ਕਰਕੇ ਉਹ ਖੜਕਾ ਨਾ ਕਰਨਾ ਵਾਲਾ ਜਿਹੜਾ ਕਿਤਾਬ ਵਾਲਾ ਵੀਰ ਆ, ਉਹ ਇਹੀ ਲਿਖਦਾ ਹੈ ਕਿ ਚੰਗੇ ਹੋਣਾ ਹੋਰ ਗੱਲ ਹੈ, ਸੋਹਣੇ ਹੋਣਾ ਇਹ ਪ੍ਰਮਾਤਮਾ ਦੀ ਇੱਕ ਦਾਤ ਹੈ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਕੱਪੜਾ ਇੱਥੇ ਜਿਹੜਾ ਬਾਣੀ ਵਿੱਚ ਆਇਆ ਹੈ ਉਹ ਚਮੜੀ ਨੂੰ ਕਿਹਾ ਗਿਆ ਹੈ। ਜਪਜੀ ਸਾਹਿਬ ਦੇ ਵਿੱਚੋਂ ਪੰਗਤੀ ਆ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਇਸ ਕਰਕੇ ਖੂਬਸੂਰਤ ਔਰਤਾਂ ਕੁਝ ਹੋਰ ਹੁੰਦੀਆਂ ਨੇ, ਜ਼ਰੂਰੀ ਨਹੀਂ ਹੁੰਦਾ ਉਹ ਸੋਹਣੀਆਂ ਹੋਣ। ਖੜਕਾ ਨਾ ਕਰਨਾ ਦੇ ਵਿੱਚੋਂ ਇੱਕ ਕਵਿਤਾ ਹੈ, ਵਾਕਈ ਹੀ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੋਹਣੇ ਤਾਂ ਉਹ ਆ ਜਿਹੜੇ ਗੁਰੂ ਤੇਰੇ ਕੋਲ ਆ ਕੇ ਬਹਿੰਦੇ ਆ, ਗੁਰੂ ਅਰਜਨ ਦੇਵ ਜੀ। ਸੇਈ ਸੁੰਦਰ ਸੋਹਣੇ। ਇਸ ਕਰਕੇ ਹਮੇਸ਼ਾ ਅਰਦਾਸ ਤੁਹਾਨੂੰ ਇਹ ਕਰਨੀ ਚਾਹੀਦੀ ਆ, ਹੇ ਈਸ਼ਵਰ ਮੈਨੂੰ ਅੰਦਰੋਂ ਸੋਹਣਾ ਬਣਾ, ਮੈਨੂੰ ਅੰਦਰੋਂ ਸੋਹਣਾ ਬਣਾ। ਇਸ ਕਰਕੇ ਇੱਕ ਸ਼ਾਇਰ ਕਹਿੰਦਾ ਹੈ, ਹੁਸਨ ਜਵਾਨੀ ਪਾਣੀ ਕੀ ਤਰ੍ਹਾਂ ਬਹਿ ਜਾਏਗੀ, ਇੱਕ ਦਿਨ ਜੇ ਫੋਟੋ ਹੀ ਯਾਦਗਰ ਰਹਿ ਜਾਏਗੀ। ਹੁਸਨ ਜਵਾਨੀ ਬਹਿ ਜਾਵੇਗੀ ਪਾਣੀ ਦੇ ਵਹਿਣਾ ਦੇ ਵਾਂਗ, ਪਰ ਤੇਰਾ ਬੰਦਿਆ ਸੁਭਾਅ, ਤੇਰੇ ਅੰਦਰਲੀ ਖੂਬਸੂਰਤੀ ਤੈਨੂੰ ਸੋਹਣਾ ਬਣਾ ਕੇ ਰੱਖੇਗੀ। ਫਿਰ ਤੈਨੂੰ ਲੋਕ ਕਹਿਣਗੇ ਬੰਦਾ ਹੋਵੇ ਇਹੋ ਜਿਹਾ ਹੋਵੇ, ਇਨਸਾਨ ਹੋਵੇ ਉਹਦੇ ਜੈਸਾ ਹੋਵੇ, ਪਰ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਿਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਿਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਤੁਸਾਂ ਮੈਂ ਅਸੀਂ ਸਭ ਨੇ ਹੀ ਜਾਣਾ ਹੈ, ਕਿਸੇ ਦਾ ਵੀ ਇੱਥੇ ਪੱਕਾ ਟਿਕਾਣਾ ਨਹੀਂ, ਪਰ ਜੇ ਜਾਣਾ ਹੀ ਆ ਤਾਂ ਚੱਜ ਨਾਲ ਜਾਵਾਂਗੇ। ਗੁਰਬਾਣੀ ਕਹਿੰਦੀ ਆ ਜੇ ਮਰਨਾ ਹੀ ਆ ਤੇ ਚੱਜ ਨਾਲ ਮਰੋ। ਮੌਤ ਤੁਹਾਨੂੰ ਬਾਅਦ ਚ ਮਾਰਦੀ ਆ, ਪਰ ਤੁਹਾਡੀਆਂ ਨਦਾਨੀਆਂ, ਤੁਹਾਡੀ ਬੇਸਮਝੀ, ਤੁਹਾਡੀ ਈਰਖਾ, ਤੁਹਾਡਾ ਹੰਕਾਰ ਤੁਹਾਨੂੰ ਬਹੁਤ ਪਹਿਲਾਂ ਮਾਰ ਦਿੰਦਾ ਹੈ। ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਮੌਤ ਤਾਂ ਕਦੋਂ ਆਊਗੀ, ਫੇਰ ਆ ਕੇ ਗਲਾ ਘੁੱਟੂਗੀ ਤੇ ਮਾਰੂਗੀ, ਤੇ ਤੁਹਾਡਾ ਹੰਕਾਰ ਤਾਂ ਤੁਹਾਨੂੰ ਪਹਿਲਾਂ ਹੀ ਮਾਰ ਚੁੱਕਾ ਹੈ। ਜ਼ਿੰਦਗੀ ਜਿਉਣੀ ਨਹੀਂ ਦੇ ਰਿਹਾ, ਤੁਹਾਨੂੰ ਖਤਮ ਕਰ ਦਿੱਤਾ ਹੈ। ਤੁਹਾਡੀ ਜਿਹੜੀ ਈਗੋ ਨੇ ਆ, ਬਾਰ-ਬਾਰ ਬਾਣੀ ਕਹਿ ਰਹੀ ਆ, ਹਉਮੈ ਹਉਮੈ ਹਉਮੈ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਚੰਗੇ ਬੰਦੇ ਜਿਹੜੇ ਹੁੰਦੇ ਨੇ ਨਾ, ਚੰਗੇ ਬੰਦੇ ਜਿਹੜੇ ਹੁੰਦੇ ਨੇ ਉਹ ਬਹੁਤ ਹੀ ਡੂੰਘੇ, ਬਹੁਤ ਹੀ ਬਾਰੀਕ ਅਕਲ ਵਾਲੇ ਹੁੰਦੇ ਨੇ, ਸਮਝਦਾਰ ਸਿਆਣੇ ਹੁੰਦੇ ਨੇ। ਆਇਨਸਟਾਈਨ ਜੀ ਹੋਏ ਆਪਣੇ ਵਿਗਿਆਨੀ, ਉਹਨਾਂ ਦਾ ਬੜਾ ਨਾਮ ਹੈ, ਤੇ ਉਹਨਾਂ ਦੇ ਪਾਸ ਕੁਝ ਲੋਕਾਂ ਦੀ ਭੀੜ ਇਕੱਠੀ ਹੋ ਕੇ ਆਈ। ਉਹਨਾਂ ਦੀ ਇੱਕ ਕਹਾਣੀ ਆ ਜੀਵਨ ਦੇ ਵਿੱਚੋਂ, ਸੁੰਦਰ ਘਟਨਾ ਹੈ। ਸਿਆਣੇ ਬੰਦਿਆਂ ਦੀ, ਜਿਵੇਂ ਆਪਾਂ ਕਹਿ ਲਈਏ ਸੂਝਵਾਨ ਬੰਦੇ, ਭੀੜ ਨਾ ਇਕੱਠੀ ਹੋ ਕੇ ਆ ਗਈ। ਕਹਿੰਦੇ ਆਇਨਸਟਾਈਨ ਜੀ ਤੁਸੀਂ ਇੱਥੇ ਗਲਤ ਹੋ, ਕੁਝ ਸਿਧਾਂਤ ਜਿਹੜੇ ਤੁਹਾਡੇ ਨੇ ਨਾ, ਤੁਸੀਂ ਕਹੇ ਨੇ ਵਿਗਿਆਨ ਦੇ ਤੱਥ ਦੇ ਆਧਾਰ ਤੇ, ਅਸੀਂ ਸਹਿਮਤ ਨਹੀਂ ਉਹਦੇ ਨਾਲ। ਬਹੁਤ ਵੱਡੀ ਭੀੜ ਸੀ। ਆਇਨਸਟਾਈਨ ਨੇ ਆਖਿਆ ਇੰਨੇ ਬੰਦਿਆਂ ਦੀ ਆਉਣ ਦੀ ਲੋੜ ਕੀ ਸੀ, ਇੱਕ ਹੀ ਆ ਜਾਂਦਾ, ਮੈਂ ਕਹਿ ਦਿੰਦਾ ਮੈਂ ਗਲਤ ਹਾਂ। ਇੰਨੀ ਭੀੜ ਇਕੱਠੀ ਕਰਨ ਦੀ ਲੋੜ ਨਹੀਂ ਸੀ। ਮੈਂ ਮੁਨਕਰ ਨਹੀਂ ਹੁੰਦਾ ਆਪਦੀਆਂ ਗਲਤੀਆਂ ਤੋਂ। ਜਿੱਥੇ ਮੈਂ ਗਲਤ ਹਾਂ
ਮੈਂ ਗਲਤ ਹਾਂ, ਜਿੱਥੇ ਮੈਂ ਸਹੀ ਹਾਂ ਉੱਥੇ ਮੈਂ ਸਹੀ ਹਾਂ। ਇੰਨਾ ਇਕੱਠ ਕਰਨ ਦੀ ਲੋੜ ਕੀ ਪਈ ਸੀ? ਇੱਕ ਜਾਣਾ ਹੀ ਆ ਕੇ ਕਹਿ ਦਿੰਦਾ, ਆਈਨਸਟਾਈਨ ਤੂੰ ਗਲਤ ਹਾਂ, ਤੇ ਮੈਂ ਮੰਨ ਲੈਣਾ। ਇਸ ਕਰਕੇ ਹਮੇਸ਼ਾ ਉਹ ਬੰਦੇ ਅੱਗੇ ਜਾਂਦੇ ਨੇ ਜਿਹੜੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਸਿੱਖਦੇ ਨੇ, ਜਿਹੜੇ ਆਪਣੀਆਂ ਗਲਤੀਆਂ ਨੂੰ ਕਹਿੰਦੇ ਨੇ ਹਾਂ ਮੈਂ ਇੱਥੇ ਗਲਤ ਸੀ, ਹਾਂ ਮੈਂ ਇੱਥੇ ਗਲਤ ਹਾਂ। ਗਲਤੀ ਉਦੋਂ ਹੁੰਦੀ ਆ ਅਸਲ ਜਦੋਂ ਬੰਦਾ ਗਲਤੀਆਂ ਕਰਕੇ ਉਹਨੂੰ ਮੰਨਦਾ ਨਹੀਂ ਮੈਂ ਗਲਤ ਹਾਂ। ਗਲਤੀ ਹੋਣਾ ਕੋਈ ਵੱਡੀ ਗੱਲ ਨਹੀਂ, ਹਰ ਬੰਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗਲਤੀ ਹੋਣਾ ਤਾਂ ਆਮ ਗੱਲ ਆ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਇੱਕ ਤਾਂ ਰੱਬ, ਦੂਜਾ ਗੁਰੂ, ਇਹ ਕਦੇ ਗਲਤੀ ਨਹੀਂ ਕਰਦੇ। ਬਾਕੀ ਦੁਨੀਆ, ਬਾਕੀ ਲੋਕਾਈ ਸਾਰੇ ਹੀ ਆਪਾਂ ਭੁੱਲਣ ਹਾਰੇ ਹਾਂ। ਤਾਂ ਹੀ ਅਰਦਾਸ ਬਣਾਈ ਜਾ ਗੁਰੂ ਮਹਾਰਾਜ ਨੇ ਕਿ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਪਿਛਲੇ ਔਗਣ ਬਖਸ਼ ਲਏ। ਤੇਰੀਆਂ ਕਮੀਆਂ ਨੂੰ ਉਹ ਬਖਸ਼ ਲਵੇਗਾ, ਉਹਦੇ ਅੱਗੇ ਅਰਦਾਸ ਕਰਿਆ ਕਰ, ਇਹ ਕਹਿ ਰਹੇ ਨੇ। ਇਸ ਕਰਕੇ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਉਹ ਬੰਦਾ ਜਿਹੜਾ ਆਪਣੀਆਂ ਗਲਤੀਆਂ ਨੂੰ ਨਹੀਂ ਮੰਨਦਾ, ਸਵੀਕਾਰ ਹੀ ਨਹੀਂ ਕਰਦਾ ਮੈਂ ਇੱਥੇ ਗਲਤ ਹਾਂ, ਕਹਿ ਰਿਹਾ ਗਲਤ ਹੋ ਕੇ ਵੀ ਮੈਂ ਸਹੀ ਹਾਂ, ਉਹਦਾ ਜੀਵਨ ਸੱਪ ਦੇ ਵਾਂਗ ਹੈ, ਉਹਦੇ ਅੰਦਰ ਜ਼ਹਿਰ ਭਰੀ ਹੋਈ ਆ। ਉਹ ਕਦਾਚਿਤ ਵੀ ਆਪ ਸੁੱਖ ਨਹੀਂ ਲੈ ਸਕੇਗਾ, ਇੱਥੋਂ ਤੱਕ ਨਾਲ ਦਿਆਂ ਨੂੰ ਵੀ ਸੁੱਖ ਨਹੀਂ ਦੇ ਪਾਵੇਗਾ। ਉਹ ਉਹਦੇ ਅੰਦਰਲੀ ਜ਼ਹਿਰ ਚਾਹਵੇਗੀ ਮੈਂ ਦੂਜਿਆਂ ਨੂੰ ਬਾਹਰ ਕੱਢ ਕੇ ਡੰਗ ਮਾਰਾਂ, ਇਹ ਜ਼ਹਿਰ ਮੈਂ ਦੁਖੀਆਂ ਕੱਢਾਂ ਬਾਹਰ, ਕੱਢਾਂ ਬਾਹਰ। ਇਸ ਕਰਕੇ ਹਮੇਸ਼ਾ ਹੀ ਤੁਸੀਂ ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਇਹ ਗੱਲ ਨੂੰ ਚੇਤੇ ਰੱਖੋ ਗੁਰੂ ਕੇ ਪਿਆਰਿਓ, ਹਰ ਬਿਸਰਤ ਸਦਾ ਖੁਆਰੀ। ਮੈਂ ਗੁਰੂ ਨੂੰ ਭੁਲਾ ਕੇ ਆਪਦੇ ਜੀਵਨ ਨੂੰ ਖੁਆਰ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਜਾਂ ਕੀਤਾ ਹੈ ਪਿਛਲੇ ਸਮੇਂ 'ਚ। ਇਵੇਂ ਮੈਂ ਕੀਤਾ ਤਾਂ ਤੁਸੀਂ ਕੀ ਕਰੋ, ਸੁਬਾਹ ਜਦੋਂ ਉੱਠਦੇ ਹੋ ਉਦੋਂ ਇੱਕ ਗੱਲ ਕਹੋ ਕਿ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਹੀ ਤਾਂ ਮੇਰੀ ਅੱਖ ਖੁੱਲੀ ਆ। ਸਭ ਤੋਂ ਪਹਿਲਾਂ ਸ਼ੁਕਰ ਦੀ ਗੱਲ, ਮੈਂ ਸੋ ਜਾਊਂ ਨਾਨਕ ਗੁਰੂ ਕਹਤੇ ਕਹਤੇ, ਖੁੱਲੇ ਆਂਖ ਮੇਰੀ ਗੁਰੂ ਕਹਤੇ ਕਹਤੇ। ਸੁਬਾਹ ਉੱਠ ਕੇ ਕਹੋ ਜੇ ਅੱਖ ਖੁੱਲੀ ਆ ਤੇ ਵਾਹਿਗੁਰੂ ਜੀ ਇਹ ਤੇਰੀ ਕਿਰਪਾ ਹੀ ਆ, ਤੇਰੀ ਕਿਰਪਾ ਦੇ ਨਾਲ ਹੀ ਤਾਂ ਖੁੱਲੀ ਆ, ਨਹੀਂ ਬਹੁਤਿਆਂ ਦੀਆਂ ਨਹੀਂ ਖੁੱਲੀਆਂ ਅੱਖਾਂ। ਉਹ ਸੌਂ ਗਏ ਨੇ ਸਦਾ ਦੀ ਨੀਂਦ, ਮੇਰੀ ਅੱਖ ਖੁੱਲ ਗਈ ਤੇ ਇਦੋਂ ਵੱਡਾ ਮੈਂ ਕਿਰਪਾ ਹੋਰ ਕਿਹਨੂੰ ਜਾਣਾ, ਇਹੀ ਕਿਰਪਾ ਹੁੰਦੀ ਆ। ਉਦੋਂ ਬਾਅਦ ਤੁਹਾਡੇ ਪਰਿਵਾਰ ਦੇ ਮੈਂਬਰ ਜਾਗ ਜਾਂਦੇ ਆ, ਕਿਉਂਕਿ ਜਦੋਂ ਸਵੇਰੇ ਆਪਾਂ ਉੱਠਦੇ ਹਾਂ ਕਈਆਂ ਨਾਲ ਐਸੀ ਹੁੰਦੀ ਆ, ਉਹ ਤਾਂ ਉੱਠ ਗਏ, ਉਹਨਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਉੱਠੇ, ਜਾਗੇ ਹੀ ਨਹੀਂ ਹੈਗੇ। ਜੇ ਤੁਸੀਂ ਉੱਠ ਗਏ ਹੋ, ਤੁਹਾਡੇ ਪਰਿਵਾਰ ਦੇ ਮੈਂਬਰ ਜਾਗ ਗਏ ਨੇ, ਫਿਰ ਦੇਖੋ ਇਦੋਂ ਖੁਸ਼ੀ ਦੀ ਗੱਲ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਤਾਂ ਇਹ ਦਿਨ ਨਹੀਂ, ਇਹ ਜ਼ਿੰਦਗੀ ਆ। ਹੁਣ ਇਹ ਜੇ ਜ਼ਿੰਦਗੀ ਆ, ਇਹ ਦਿਨ ਨਹੀਂ ਹੈਗਾ। ਹਰ ਦਿਨ ਦਿਨ ਨਹੀਂ ਹੁੰਦਾ, ਜ਼ਿੰਦਗੀ ਹੋਈ ਹੁੰਦੀ ਆ। ਤਾਂ ਇਹਨੂੰ ਮਾਣੋ, ਇਹਦੇ ਵਿੱਚ ਵਿਗਾਸ ਲੈ ਕੇ ਆਓ, ਇਹਦੇ ਵਿੱਚ ਖੇੜੇ ਲੈ ਕੇ ਆਓ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਇਤਿਹਾਸ ਦੇ ਵਿੱਚ ਬੜੇ ਚੰਗੇ ਚੰਗੇ ਬੰਦੇ ਹੋਏ ਨੇ, ਬੜੇ ਚੰਗੇ ਚੰਗੇ ਬੰਦੇ ਹੋਏ। ਇਤਿਹਾਸ ਦੇ ਵਿੱਚ ਬੜੇ ਮਾੜੇ ਬੰਦੇ ਹੋਏ ਨੇ। ਇਤਿਹਾਸ ਵਿੱਚ ਉਹ ਬੰਦਿਆਂ ਦੇ ਨਾਮ ਹੀ ਦਰਜ ਹੁੰਦੇ ਨੇ ਜਿਹੜੇ ਬਹੁਤ ਚੰਗੇ ਨੇ, ਜਿਨ੍ਹਾਂ ਨੇ ਬੜਾ ਕੁਝ ਸਿਰਜਿਆ। ਇਤਿਹਾਸ ਵਿੱਚ ਉਹਨਾਂ ਬੰਦਿਆਂ ਨੂੰ ਚੇਤੇ ਰੱਖਿਆ ਜਾਂਦਾ ਹੈ ਜਿਹੜੇ ਬਹੁਤ ਚੰਗੇ ਨੇ ਜਾਂ ਬਹੁਤ ਮਾੜੇ ਨੇ, ਬਹੁਤ ਮਾੜੇ ਨੇ, ਜਿਨ੍ਹਾਂ ਨੇ ਬੜਾ ਵਿਨਾਸ਼ ਕੀਤਾ, ਜਿਨ੍ਹਾਂ ਨੇ ਕੁਝ ਸਿਰਜਿਆ, ਜਿਨ੍ਹਾਂ ਨੇ ਕੁਝ ਵਿਗਾੜਿਆ। ਤਾਂ ਤੁਸੀਂ ਉਹਨਾਂ ਦੇ ਵਿੱਚ ਆਉਣਾ, ਆਪਾਂ ਉਹਨਾਂ ਦੇ ਵਿੱਚ ਆਵਾਂਗੇ ਜਿਨ੍ਹਾਂ ਨੇ ਕੁਝ ਸਿਰਜਿਆ ਹੈ। ਲੋਕ ਦੋ ਤਰ੍ਹਾਂ ਦੇ ਲੋਕਾਂ ਨੂੰ ਯਾਦ ਰੱਖਦੀਆਂ ਨੇ ਪੀੜ੍ਹੀਆਂ ਯੁੱਗ, ਜਿਨ੍ਹਾਂ ਨੇ ਕੁਝ ਖੱਟਿਆ ਸੀ, ਕੁਝ ਵੰਡਿਆ ਸੀ,
ਜਿਨ੍ਹਾਂ ਨੇ ਬੜਾ ਖੋਇਆ, ਬੜੀ ਲੁੱਟ ਮਚਾਈ ਸੀ, ਘਰਾਂ ਦੇ ਘਰ ਉਜਾੜ ਦਿੱਤੇ। ਪਰ ਆਪਾਂ ਉਹ ਨਹੀਂ ਬਣਨਾ, ਆਪਾਂ ਗਲਤ ਤਰੀਕੇ ਵਾਂਗ ਯਾਦ ਨਹੀਂ ਰੱਖਣਾ ਵੀ ਅਸੀਂ ਇਵੇਂ ਦੁਨੀਆ 'ਤੇ ਛਾਪ ਛੱਡਣੀ ਆ, ਦਾਗ ਨਹੀਂ ਛੱਡਣੇ, ਨਿਸ਼ਾਨ ਛੱਡਣੇ ਨੇ। ਮਹਿਮੂਦ ਗਜ਼ਨਵੀ ਸੀ, ਉਹਨੇ ਬੜੀ ਲੁੱਟ ਮਾਰ ਕੀਤੀ। ਉਹਦੇ ਜੀਵਨ ਨੂੰ ਮੈਂ ਪੜ੍ਹ ਰਿਹਾ ਸੀ, ਇੱਕ ਗਾਥਾ ਹੈ ਬੜੀ ਸੁੰਦਰ ਹੈ ਸਮਝਾਉਣ ਲਈ। ਮਹਿਮੂਦ ਗਜ਼ਨਵੀ, ਬੜੇ ਉਹਨੇ ਘਰ ਉਜਾੜੇ, ਬੜੀਆਂ ਔਰਤਾਂ ਜਿਹੜੀਆਂ ਸਨ ਬੇਪੱਤ ਕੀਤੀਆਂ। ਭਾਵ ਕਿ ਉਹਦਾ ਕਰੈਕਟਰ ਵੀ ਖਿਲਾਫ ਕੋਈ ਬਹੁਤਾ ਚੰਗਾ ਨਹੀਂ। ਤੁਸੀਂ ਜਦੋਂ ਪੜ੍ਹੋਗੇ ਬਹੁਤ ਇੱਦਾਂ ਦੇ ਹੋਏ ਨੇ। ਪਿੰਡਾਂ ਦੇ ਪਿੰਡ ਉਜਾੜ ਦਿੰਦਾ ਸੀ। ਉਹਨੇ ਆਪਣੀ ਨੌਕਰੀ ਦੇ ਵਾਸਤੇ ਇੱਕ ਬੰਦੇ ਦੀ ਤਲਾਸ਼ ਕੀਤੀ ਜਿਹੜਾ ਕਿ ਪੰਛੀਆਂ ਦੀ ਭਾਸ਼ਾ ਜਾਣਦਾ ਸੀ। ਪੰਛੀਆਂ ਦੀ ਭਾਸ਼ਾ ਜਿਹੜਾ ਪੜ੍ਹ ਲੈਂਦਾ ਸੀ, ਕਿਉਂਕਿ ਇਹੋ ਜਿਹੇ ਹੈਗੇ ਨੇ ਇਨਸਾਨ ਜਿਹੜੇ ਪੰਛੀਆਂ ਦੀ ਭਾਸ਼ਾ ਬੋਲ ਵੀ ਲੈਂਦੇ ਆ, ਸਮਝ ਵੀ ਲੈਂਦੇ ਆ, ਤੇ ਦੁੱਖ ਦਰਦ ਉਹਨਾਂ ਦੀ ਪੀੜਾ ਨੂੰ ਸਮਝ ਲੈਂਦੇ ਆ ਵੀ ਕਹਿੰਦੇ ਕੀ ਆ ਇਹ। ਗੁਰੂ ਸਾਹਿਬ ਜੀ, ਛੇਵੇਂ ਪਾਤਸ਼ਾਹ ਜੀ ਵੀ ਸਮਝ ਲੈਂਦੇ ਸਨ ਕਿ ਉਹਨਾਂ ਦੇ ਜਿਹੜੇ ਘੋੜੇ ਨੇ ਉਹ ਕੀ ਕਹਿ ਰਹੇ ਨੇ, ਦੁਖੀ ਨੇ, ਉਦਾਸ ਨੇ। ਇਤਿਹਾਸ ਦੇ ਵਿੱਚ ਆਪਾਂ ਸ਼ਾਮ ਨੂੰ ਕਥਾ ਕਰਦੇ ਹਾਂ, ਉਹਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਜੀ ਆਪਣੇ ਘੋੜਿਆਂ ਦੇ ਬਾਰੇ ਬੈਠੇ ਬੈਠੇ ਦੱਸ ਦਿੰਦੇ ਸੀ ਕਿ ਇਹਨੂੰ ਇਹ ਪੀੜਾ ਹੈ, ਇਹ ਅੱਜ ਦੁਖੀ ਆ, ਇਹ ਅੱਜ ਵਿਗਾਸ 'ਚ ਆ, ਦਿਲ ਬਾਗ ਗੁਲ ਬਾਗ ਉਦਾਸ ਆ, ਕਿ ਅੱਜ ਖਿੜੇ ਖਿੜੇ ਨੇ ਉਹਨਾਂ ਦੇ ਘੋੜੇ। ਇਸ ਪ੍ਰਕਾਰ ਮਹਿਮੂਦ ਗਜ਼ਨਵੀ ਨੂੰ ਕੋਈ ਚਾਹੀਦਾ ਸੀ ਬੰਦਾ ਜਿਹੜਾ ਪੰਛੀਆਂ ਦੀ ਭਾਸ਼ਾ ਉਹਨੂੰ ਟਰਾਂਸਲੇਟ ਕਰਕੇ ਦੱਸਿਆ ਕਰੇ। ਤੇ ਇੱਕ ਬੰਦਾ ਉਹਨੂੰ ਮਿਲ ਗਿਆ ਤੇ ਉਹ ਰੱਖ ਲਿਆ ਉਹਨੇ ਨੌਕਰੀ ਤੇ। ਤਨਖਾਹ ਉਹਦੀ ਦੇਣੀ ਨੀਅਤ ਕਰ ਲਈ ਕਿ ਇੰਨੀ ਤੈਨੂੰ ਮਿਲੇਗੀ, ਪਰ ਤੂੰ ਮੈਨੂੰ ਪੰਛੀ ਦੱਸ ਵੀ ਇਹ ਕਹਿੰਦੇ ਕੀ ਨੇ। ਇੱਕ ਦਿਨ ਜਾ ਰਹੇ ਸੀ ਸੈਰ ਤੇ ਦੋ ਉੱਲੂ ਬੈਠੇ ਬੋਲ ਰਹੇ ਸਨ, ਆਪਸ ਵਿੱਚ ਗੱਲਾਂ ਕਰ ਰਹੇ ਸਨ। ਪੰਛੀ ਆਪਾਂ ਕਹਿੰਦੇ ਆ ਨਾ, ਪੰਛੀ ਬੇਜ਼ੁਬਾਨ ਹੁੰਦੇ ਆ, ਨਹੀਂ, ਇਹ ਬੇਜ਼ੁਬਾਨ ਨਹੀਂ ਹੁੰਦੇ, ਬਸ ਇਹਨਾਂ ਦੀ ਭਾਸ਼ਾ ਕੁਝ ਹੋਰ ਹੁੰਦੀ ਹੈ ਜਿਹੜੀ ਸਾਨੂੰ ਸਮਝ ਨਹੀਂ ਆਉਂਦੀ। ਬੇਜ਼ੁਬਾਨ ਨਹੀਂ ਹੁੰਦੇ, ਇਹਨਾਂ ਦੀ ਭਾਸ਼ਾ ਕੁਝ ਹੋਰ ਹੁੰਦੀ ਆ। ਪੰਛੀ ਬੇਜ਼ੁਬਾਨ ਨਹੀਂ ਹੁੰਦੇ, ਬੋਲਦੇ ਆ, ਜਿਹਨੂੰ ਸਮਝ ਆਉਂਦੀ ਆ ਉਹਨੂੰ ਆਉਂਦੀ ਆ। ਗੁਰੂ ਸਾਹਿਬ ਪੰਛੀਆਂ ਦੀ ਪੁਕਾਰ ਸੁਣਦੇ ਰਹੇ ਨੇ, ਆਪਣੇ ਬਾਜ ਦੀ 10ਵੇਂ ਪਾਤਸ਼ਾਹ ਪੁਕਾਰ ਸੁਣਦੇ ਰਹੇ। ਬੇਜ਼ੁਬਾਨ ਨਹੀਂ ਹੁੰਦੇ, ਬਸ ਇਨਕੀ ਜਿਹੜੀ ਭਾਸ਼ਾ ਹੁੰਦੀ ਆ ਨਾ वो कुछ और होती है। एक शायर कहता है, पंछी बेजुबान नहीं होते, इनकी भाषा कुछ और होती है। इस करके उल्लू गल्लां कर रहे सी। महमूद गजनवी नूं बड़ा लगा भी कहंदे की है, तो उन्हें आख्या कि दस मैनू हुण तैनूं मैं नौकरी ते रखिया ते पैसे दिना तैनूं महीने की तनख्वाह, कहंदे की आ? वो कहंदा जी ये पहला उल्लू दूजे उल्लू नूं कह रहा है कि मैं अपनी पुत्री दा विआह तेरे पुत्र नाल करना, पर वो उल्लू कह रहा कि मैं 20 पिंड उजड़े हुए मंगदा दाज दे विच, फिर मैं कहंदे आपदे पुत्र दा विआह तेरे नाल करना। वो उल्लू नूं कह रहा है। ते कहंदे फिर वो दूजे ने की आख्या है, कहंदा धी वाला उल्लू जिहड़ा सी ते ओहदी बातचीत हो रही आ, वार्तालाप। जिहड़ा पुत्र वाला उल्लू आ वो कह रहा कि असीं देवांगे दाज, तू 20 पिंडां दी गल करदा है ना। धी वाला कहण लगा उल्लू कि जिन्हें आपदी पुत्री विआहणी आ असीं 100 पिंड देवांगे। वो पुछदा वो किवें? कहंदे जे महमूद गजनवी इवें ही उजाड़दा रहा घरां नूं, तू 20 पिंडां दी गल करदा, असीं तैनूं 100 पिंड दाज दे सकदे हां। ये गल्लां कर रहे आ। ਜਿਹੜਾ ਨੌਕਰ ਸੀ ਬੜਾ ਸਿਆਣਾ ਸੀ, ਉਹ ਸਮਝਾ ਰਿਹਾ ਸੀ ਗਜ਼ਨਵੀ ਨੂੰ ਕਿ ਤੂੰ ਇੰਨੇ ਪਿੰਡ ਉਜਾੜ ਦਿੱਤੇ ਆ। ਉੱਲੂ ਜਿਹੜੇ ਨੇ ਉਹ ਦਾਜ ਦੇ ਵਿੱਚ ਆਪਣੀਆਂ ਧੀਆਂ ਨੂੰ ਤੇਰੇ ਉਜੜੇ ਹੋਏ ਪਿੰਡ ਦੇਣਗੇ, ਤੂੰ ਕੀ ਕਰ ਰਿਹਾ ਅਸਲ ਦੇ ਵਿੱਚ? ਉਹ ਇਹ ਕਹਿ ਰਿਹਾ ਸੀ। ਚੰਗੇ ਬੰਦੇ ਜਿਹੜੇ ਹੁੰਦੇ ਨੇ, ਭਲੇ ਬੰਦੇ ਜਿਹੜੇ ਹੁੰਦੇ ਨੇ ਨਾ, ਉਹਨਾਂ ਨੂੰ ਦੁਨੀਆ ਚੇਤੇ ਕਰਦੀ ਆ, ਸ਼ੁਕਰ ਕਰਦੀ ਆ ਵੀ ਐਸੇ ਐਸੇ ਬੰਦੇ ਹੋਏ। ਮਾੜੇ ਬੰਦਿਆਂ ਨੂੰ ਵੀ ਦੁਨੀਆ ਚੇਤੇ ਕਰਦੀ ਆ ਵੀ ਕਦੇ ਨਾ ਹੋਣ ਇਹੋ ਜਿਹੇ। ਹੁਣ ਕੋਈ ਕਹੇਗਾ ਮਹਿਮੂਦ ਗਜ਼ਨਵੀ ਆਵੇ ਦੁਬਾਰਾ ਇਵੇਂ ਕਰੇ? ਨਾ, ਕਦੇ ਨਹੀਂ ਕਹੇਗਾ। ਰੱਬ ਦੇ ਪਿਆਰੇ ਆਉਣ ਸਾਰੇ ਹੀ ਚਾਹੁੰਦੇ ਆ। ਇਸ ਕਰਕੇ ਦੋ ਤਰ੍ਹਾਂ ਦੇ ਲੋਕਾਂ ਨੂੰ ਦੁਨੀਆ ਯਾਦ ਕਰਦੀ ਆ, ਇੱਕ ਚੰਗੇ ਬੰਦੇ
ਭਲੇ ਬੰਦੇ, ਇੱਕ ਬੁਰੇ ਬੰਦੇ, ਜਿਨ੍ਹਾਂ ਨੇ ਬੜੀ ਤਬਾਹੀ ਕੀਤੀ। ਪਰ ਇੱਕ ਤਾਂ ਨਿਸ਼ਾਨ ਛੱਡ ਕੇ ਗਏ ਆ ਚੰਗੇ ਬੰਦੇ, ਪੈੜਾਂ ਛੱਡ ਕੇ ਗਏ, ਆਪਦੇ ਫੁੱਟਪ੍ਰਿੰਟ ਛੱਡ ਕੇ ਗਏ ਨੇ ਵੀ ਆਓ ਸਾਡੇ ਮਗਰ ਮਗਰ ਆਓ। ਇੱਕ ਧੱਬੇ ਛੱਡ ਕੇ ਗਏ ਆ, ਦਾਗ ਛੱਡ ਕੇ ਗਏ ਦੋਨੋਂ ਹੀ ਆ, ਜਾਣਾ ਦੋਨਾਂ ਨਹੀਂ ਆ। ਚੰਗਾ ਬੰਦਾ ਵੀ ਜਾਊਗਾ, ਗੁਰਮੁਖ ਵੀ ਜਾਊਗਾ, ਮਨਮੁਖ ਵੀ ਜਾਊਗਾ, ਪਰ ਜਾਣ 'ਚ ਬੜਾ ਫਰਕ ਹੈ, ਬਹੁਤ ਅੰਤਰ ਆ। ਜਾਓ ਵੀ ਰਿਹਾ, ਉਹਦੀ ਅਰਥੀ ਵੀ 4 ਜਾਣੇ ਲੈ ਕੇ ਗਏ, ਉਹਦੀ ਅਰਥੀ ਵੀ ਲੈ ਕੇ ਗਏ, ਮਨਮੁਖ ਦੀ ਵੀ। ਕੋਈ ਦੇਖਣ ਤੋਂ ਬਾਹਰੀ ਤੌਰ 'ਤੇ ਕੋਈ ਫਰਕ ਨਹੀਂ। ਉਹਦੇ ਪ੍ਰਾਣ ਵੀ ਉਵੇਂ ਨਿਕਲੇ, ਉਹਦੇ ਉਵੇਂ ਨਿਕਲੇ। ਉਹਦੀ ਜਿੰਦ ਨੂੰ ਵੀ ਮੌਤ ਵਿਆਹ ਕੇ ਲੈ ਕੇ ਗਈ ਤੇ ਮਨਮੁਖ ਦੀ ਜਿੰਦ ਨੂੰ ਵੀ ਮੌਤ ਵਿਆਹ ਕੇ ਲੈ ਕੇ ਗਈ। ਪਰ ਇੱਕ ਫਰਕ ਹੈ ਇੱਥੇ, ਉਹਨਾਂ ਦੇ ਜੀਵਨ ਨੂੰ ਜਿਉਣ ਦੇ ਵਿੱਚ ਫਰਕ ਆ। ਇਹਨੂੰ ਕਹਿੰਦੇ ਆ ਕਿ ਫੁੱਟਪ੍ਰਿੰਟ ਛੱਡ ਜਾਂਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ, ਆਪਣੇ ਪੈੜਾਂ ਦੇ ਨਿਸ਼ਾਨ। ਇਹਨਾਂ ਨੂੰ ਵੇਖ ਵੇਖ ਕੇ ਲੱਭ ਕੇ ਸਾਡੇ ਪਿੱਛੇ ਆ ਜਿਓ। ਬੁਰੇ ਬੰਦੇ ਦਾਗ ਛੱਡ ਜਾਂਦੇ ਆ, ਧੱਬੇ ਛੱਡ ਜਾਂਦੇ ਆ। ਜਿਹੜੇ ਹੁਣ ਮਾੜੇ ਬਣ ਜਾਂਦੇ ਨੇ ਨਾ ਲੋਕ, ਮਾੜੇ ਇਨਸਾਨ ਨੇ, ਉਹ ਧੱਬਿਆਂ ਦੇ ਪਿੱਛੇ ਲੱਗਦੇ ਨੇ। ਉਹਨਾਂ ਨੂੰ ਟਟੋਲਦੇ ਉੱਥੇ ਪਹੁੰਚ ਜਾਂਦੇ ਆ ਜਿੱਥੇ ਮਾੜੇ ਬੰਦੇ ਨੇ। ਜਿਹੜੇ ਗੁਰੂ ਦੇ ਸਿੱਖ ਨੇ, ਉਹ ਗੁਰੂ ਦੇ ਛੱਡੇ ਹੋਏ ਫੁੱਟਪ੍ਰਿੰਟ ਜਿਹੜੇ ਨੇ, ਪੈੜ ਚਿੰਨ੍ਹ ਜਿਹੜੇ ਨੇ, ਉਹਨਾਂ ਨੂੰ ਲੱਭਦੇ ਪੈੜਾਂ ਜਿੱਥੇ ਜਾਂਦੀਆਂ ਉੱਥੇ ਗੁਰੂ ਆ, ਉੱਥੇ ਪਹੁੰਚ ਜਾਂਦੇ ਨੇ। ਇਸ ਕਰਕੇ ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਹਾਰੀ। ਮਹਿਮੂਦ ਗਜ਼ਨਵੀ ਵਰਗੇ ਲੋਕ, ਔਰੰਗਜ਼ੇਬ ਵਰਗੇ ਲੋਕ, ਰਾਤੀ ਹੋਵਨ ਕਾਲੀਆਂ ਸੁਪੇਦਾ ਸੇ ਵਨ, ਦੇਹੋ ਬੱਗਾ ਤੱਪੈ ਘਣਾ ਕਾਲਿਆਂ ਕਾਲੇ ਵਨ। ਕਬੀਰ ਸਾਹਿਬ ਜੀ ਵੀ ਇਸ ਨੂੰ ਐਵੇਂ ਕਹਿੰਦੇ ਨੇ, ਕਹਿੰਦੇ ਮੰਨ ਲਓ ਕਾਲੇ ਰੰਗ ਦੀ ਕੰਬਲੀ ਆ ਤੁਹਾਡੇ ਕੋਲੇ, ਕਬੀਰ ਸੰਗਤ ਸਾਧ ਕੀ ਦਿਨ ਦੂਨਾ ਹੇਤ, ਸਾਕਤ ਕਾਰੀ ਕਾਂਬਰੀ, ਕਾਂਬਰੀ ਕਹਿੰਦੇ ਨੇ ਕੰਬਲੀ ਨੂੰ, ਧੋਏ ਹੋਏ ਨਾ ਸੇਤ। ਕਹਿੰਦੇ ਸਾਧੂ ਦੀ ਸੰਗਤ 'ਚ ਰਹਿ ਕੇ, ਗੁਰਮੁਖਾਂ ਦੀ ਸੰਗਤ 'ਚ ਰਹਿ ਕੇ, ਗੁਰੂ ਦੀ ਸੰਗਤ 'ਚ ਰਹਿ ਕੇ ਰੱਬ ਨਾਲ ਪਿਆਰ ਪੈਂਦਾ ਹੈ, ਵੱਧਦਾ ਜਾਂਦਾ। ਪਰ ਸਾਕਤ ਬੰਦਾ ਕਾਲੀ ਕੰਬਲੀ ਦੀ ਤਰ੍ਹਾਂ ਹੁੰਦਾ, ਜਿੰਨਾ ਮਰਜ਼ੀ ਧੋ ਲਓ, ਜਿੰਨਾ ਮਰਜ਼ੀ ਨਖੇਰ ਲਓ, ਕਾਲੀ ਕੰਬਲੀ ਨੇ ਤਾਂ ਕਾਲੀ ਹੀ ਰਹਿਣਾ ਹੈ ਨਾ। ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਚਿੱਟੀਆਂ ਚੀਜ਼ਾਂ ਚਿੱਟੀਆਂ ਰਹਿੰਦੀਆਂ ਨੇ, ਪੂਰਾ ਹਨੇਰਾ ਜਿੰਨਾ ਮਰਜ਼ੀ ਹੋਵੇ। ਤੁਹਾਡੇ ਕੋਲ ਕੋਈ ਚਿੱਟਾ ਕੱਪੜਾ ਹੈ, ਘਰ ਦੇ ਵਿੱਚ ਸਫੇਦ ਚੀਜ਼ ਆ, ਜਿੰਨੀ ਮਰਜ਼ੀ ਮੱਸਿਆ ਦੀ ਰਾਤ ਆ ਉਹਨੇ ਚਿੱਟੀ ਰਹਿਣਾ। ਜਿੰਨਾ ਮਰਜ਼ੀ ਚਾਨਣ ਹੋਵੇ, ਕਾਲੀ ਚੀਜ਼ ਉਹਨੇ ਕਾਲੀ ਰਹਿਣਾ। ਰਾਤੀ ਹੋਵਨ ਕਾਲੀਆਂ ਸੁਪੇਦਾ ਸੇ ਵਨ, ਦੇਹੋ ਬੱਗਾ ਤੱਪੈ ਘਣਾ, ਸੂਰਜ ਤਪ ਰਿਹਾ ਕਾਲਿਆਂ ਕਾਲੇ ਵਨ। ਪਰ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਹਾਰੀ। ਜਿਹਦੇ ਤੇ ਕਿਰਪਾ ਹੋ ਜਾਂਦੀ ਆ ਮਹਾਰਾਜ ਦੀ, ਉਹ ਤਾਂ ਜੁੜ ਜਾਂਦਾ ਗੁਰੂ ਦੇ ਨਾਲ। ਜਿਹਦੇ ਤੇ ਕਿਰਪਾ ਨਹੀਂ ਹੁੰਦੀ, ਉਹ ਵਿਚਾਰਾ ਫਸ ਜਾਂਦਾ ਹੈ ਜਾਲਾਂ ਦੇ ਵਿੱਚ। ਇੱਕ ਜਾਲ ਥੋੜ੍ਹੀ ਆ, 2 ਜਾਲ ਥੋੜ੍ਹੀ ਆ, ਕਈ ਹਜ਼ਾਰਾਂ ਜਾਲ ਆ ਬੰਦੇ ਨੂੰ ਫਸਾਉਣ ਲਈ। ਇਸ ਕਰਕੇ ਉਹ ਫਸ ਜਾਂਦਾ, ਉਹਦੀ ਸੰਭਾਵਨਾ ਹੀ ਵਾਲੀ ਹੈ ਫਸਣ ਦੀ। ਵਿਚਾਰਾ ਕੀ ਕਰੇ? ਜਿਵੇਂ ਮਹਾਂਪੁਰਸ਼ ਕਹਿੰਦੇ ਸਨ ਕਿ ਸ਼ਿਕਾਰੀ ਤਾਂ ਜਿਹੜੇ ਬਹੁਤ ਨੇ, ਪੰਛੀ ਇਕੱਲਾ। ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤ। ਇਹ ਧਾਰਨਾ ਪੜ੍ਹਦੇ ਹੁੰਦੇ ਸੀ, ਇਹ ਪੰਛੀ ਇਕੱਲਾ ਵਿਚਾਰਾ। ਕਿਹਨੂੰ ਕਹਿੰਦੇ ਆ? ਮਨ ਇਕੱਲਾ ਹੈ। ਸ਼ਿਕਾਰੀ ਕਾਮ, ਵਾਸ਼ਨਾ, ਕ੍ਰੋਧ, ਲੋਭ, ਹੰਕਾਰ, ਈਰਖਾ, ਸਾੜਾ, ਦੁਬਦਾ, ਰੁੱਸਣਾ, ਗੁੱਸੇ ਹੋ ਜਾਣਾ, ਹੰਕਾਰ ਦੇ ਵਿੱਚ ਆ ਜਾਣਾ, ਇਹ ਸ਼ਿਕਾਰੀ ਹੋਈ ਆ। ਇਹ ਫਸਾ ਲੈਂਦੇ ਨੇ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਤੁਸੀਂ ਸਾਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਈ ਸੰਗਤਾਂ ਯਾਦ ਕਰਦੀਆਂ ਨੇ। ਸੁੱਖਾਂ ਦੀ ਮਣੀ ਜਿਹਨੂੰ ਆਖਿਆ ਜਾਂਦਾ ਹੈ।
ਕੁਝ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਨ, ਇਵੇਂ ਹੀ ਬੜੇ ਸੁੰਦਰ ਮੈਨੂੰ ਲੱਗੇ, ਬਹੁਤ ਪਿਆਰੇ ਨੇ, ਜਿਹਨੂੰ ਸੁਣ ਕੇ ਸਮਝ ਆਉਂਦੀ ਆ ਵੀ ਉਹ ਕੀ ਕਹਿ ਕੇ ਗਏ ਨੇ, ਆਪਾਂ ਕੀ ਕਰਦੇ ਹਾਂ। ਉਹਦੇ ਵਿੱਚੋਂ ਕੁਝ ਪੰਗਤੀਆਂ ਨੇ। ਰਾਮਈਆ ਕੇ ਗੁਣ ਚੇਤ ਪਰਾਨੀ, ਰਾਮਈਆ ਕੇ ਗੁਣ ਚੇਤ ਪਰਾਨੀ। ਹੇ ਬੰਦੇ, ਹੇ ਇਨਸਾਨ, ਤੂੰ ਰੱਬ ਨੂੰ ਯਾਦ ਕਰਿਆ ਕਰ। ਸਾਰੀਆਂ ਗੱਲਾਂ ਦਸੀਆਂ ਨੇ ਕਿਉਂ ਅੱਗੇ, ਡੈਫੀਨੇਸ਼ਨ। ਮੰਨ ਲਓ ਕੋਈ ਤੁਹਾਨੂੰ ਕਹਿ ਰਿਹਾ ਰੱਬ ਨੂੰ ਯਾਦ ਕਰਿਆ ਕਰ, ਤੁਸੀਂ ਕਹੋਗੇ ਕਿਉਂ? ਇਹ ਕਿਉਂ ਦਾ ਜਵਾਬ ਦਿੱਤਾ ਹੋਇਆ ਵਾ। ਤੂੰ ਗੁਰੂ ਨੂੰ ਯਾਦ ਕਰਿਆ ਕਰ, ਕਿਉਂ? ਮੈਂ ਕਿਉਂ ਕਰਾਂ? ਕੋਈ ਕਾਰਨ ਵੀ ਦੱਸ। ਅੱਗੇ ਸਾਰੇ ਕਾਰਨ ਨੇ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੂੰ ਕੀ ਸੀ ਤੇ ਕੀ ਬਣਾ ਦਿੱਤਾ? ਤੂੰ ਕੀ ਸੀ ਤੇ ਤੈਥੋਂ ਕੀ ਬਣਾ ਦਿੱਤਾ? ਜਿਨ ਤੂੰ ਸਾਜ ਸਵਾਰ ਸਿਗਾਰਿਆ। ਇਹਨੂੰ ਮਸਕੀਨ ਸਾਹਿਬ ਜੀ ਨੇ ਇੱਕ ਬੋਲਾਂ ਦੇ ਵਿੱਚ ਇਵੇਂ ਬਿਆਨ ਕੀਤਾ ਹੈ, ਕਹਿੰਦੇ ਜਿਹੜਾ ਅੱਜ ਬੰਦਾ ਬਜ਼ੁਰਗ ਆ, ਬਹੁਤ ਡੂੰਘੀਆਂ ਗੱਲਾਂ ਨੇ, ਜਿਹੜਾ ਬੰਦਾ ਅੱਜ ਬਜ਼ੁਰਗ ਆ ਉਹ ਕੁਝ ਸਮੇਂ ਪਹਿਲਾਂ ਜਵਾਨ ਸੀ, ਅੱਜ ਤੋਂ 20 ਸਾਲ ਪਹਿਲਾਂ। ਜਿਹੜਾ ਬੰਦਾ ਜਵਾਨ ਅੱਜ, ਕੁਝ ਸਮੇਂ ਪਹਿਲਾਂ ਉਹ ਬਾਲੜਾ ਸੀ, ਬੱਚਾ ਸੀ। ਜਿਹੜਾ ਅੱਜ ਬੱਚਾ ਹੈ ਉਹ ਕੁਝ ਸਮੇਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਮਕ ਰਿਹਾ ਇੱਕ ਮਾਸ ਦਾ ਲੋਥੜਾ ਸੀ। ਜਿਹੜਾ ਬੱਚਾ ਹੈ ਉਹ ਉਦੋਂ ਪਹਿਲਾਂ ਖੂਨ ਸੀ, ਬਿੰਦ ਸੀ। ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਗੁਰੂ ਅਰਜਨ ਦੇਵ ਜੀ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ। ਕੀ ਸੀ ਤੇ ਕੀ ਬਣਾ ਦਿੱਤਾ? ਕੀ ਸੀ ਤੇ ਕੀ ਬਣਾ ਦਿੱਤਾ? ਗਰਭ ਵਿੱਚ ਕੀ ਸੀ? ਪਹਿਲਾਂ ਮਾੜਾ ਜਿਹਾ ਬਿੰਦੂ ਹੁੰਦਾ ਹੈ, ਬਿਲਕੁਲ ਬਿੰਦੂ, ਖੂਨ ਦਾ ਇੱਕ ਤੁਪਕਾ, ਬਿੰਦ ਦੇ ਕੁਝ ਤੁਪਕੇ। ਕੀ ਸੀ ਤੇ ਕੀ ਬਣਾ ਦਿੱਤਾ? ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਕੀ ਸੀ ਤੇ ਕੀ ਬਣਾ ਦਿੱਤਾ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ। ਜਿਵੇਂ ਦੁਲਹਨ ਹੁੰਦੀ ਆ, ਪਹਿਲਾਂ ਵਿਆਹ ਵਾਲੀ ਕੁੜੀ ਜਿਹੜੀ ਹੁੰਦੀ ਹੈ, ਜਿਹਦਾ ਵਿਆਹ ਹੋਣਾ ਹੁੰਦਾ, ਉਹਨੂੰ ਸਜਾਉਂਦੇ ਨੇ, ਤਿਆਰ ਕਰਦੇ ਨੇ, ਫਿਰ ਉਹਨੂੰ ਲੈ ਕੇ ਆਉਂਦੇ ਨੇ ਮੰਡਪ ਦੇ ਵਿੱਚ ਸ਼ਾਦੀ ਵਾਲੇ ਆਨੰਦ ਕਾਰਜ ਵਾਸਤੇ ਸਜਾ ਕੇ। ਗੁਰੂ ਬੰਦੇ ਨੂੰ ਸਜਾਉਂਦਾ ਹੈ। ਕੀ ਸੀ ਤੇ ਕੀ ਬਣਾ ਦਿੱਤਾ? ਭਾਵ ਕਿ ਪਹਿਲਾਂ ਉਹ ਛੋਟਾ ਛੋਟਾ ਬੱਚੇ ਦਾ ਵਿਕਾਸ ਹੁੰਦਾ, 9 ਮਹੀਨਿਆਂ ਦੇ ਵਿੱਚ ਹੌਲੀ ਹੌਲੀ ਉਹਦਾ ਪੂਰਨ ਵਿਕਾਸ ਹੁੰਦਾ ਹੈ। ਤੇ ਫਿਰ ਅੱਗੇ ਕਹਿੰਦੇ ਨੇ ਬਾਰ ਬਵਸਥਾ ਤੁਝੇ ਪਿਆਰੇ ਦੂਧ। ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦਿਆ, ਹੇ ਬੱਚੇ, ਹਜੇ ਤੇਰਾ ਜਨਮ ਨਹੀਂ ਹੋਇਆ, ਤੇਰੀ ਖੁਰਾਕ ਮਾਂ ਦੇ ਕੋਲੇ ਦੁੱਧ ਦੇ ਰੂਪ ਵਿੱਚ ਪਹਿਲਾਂ ਹੀ ਮੌਜੂਦ ਆ, ਫਿਕਰ ਨਾ ਕਰਿਆ ਕਰ। ਇਦੋਂ ਉੱਪਰ ਮਤਲਬ ਕਿ ਸਮਝਾਉਣ ਦਾ ਜਦੋਂ ਆਪਾਂ ਦਿੰਦੇ ਹਾਂ ਤਰੀਕਾ, ਉਹ ਬਾਕਮਾਲ ਹੈ। ਜਿਹੜੇ ਆਪਾਂ ਕਹਿੰਦੇ ਕਿਉਂ ਜਪੀਏ ਜੀ, ਟਾਈਮ ਨਹੀਂ ਲੱਗਦਾ, ਉਹਦੇ ਹੀ ਜਵਾਬ ਆ ਵੀ ਕਿਉਂ ਜਪਣਾ ਹੈ, ਗੁਰੂ ਨੂੰ ਯਾਦ ਕਿਉਂ ਰੱਖਣਾ, ਰੱਬ ਨੂੰ। ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਵਸਥਾ ਤੁਝੇ ਪਿਆਰੇ ਦੂਧ। ਜਿਹਨੇ ਤੇਰੀ ਖੁਰਾਕ ਦਿੱਤੀ ਆ, ਤੈਨੂੰ ਜਨਮ ਤੇਰਾ ਹੋਇਆ ਨਹੀਂ। ਸ਼ੇਖ ਸਾਦੀ ਜੀ ਬੜੇ ਕਮਾਲ ਦੇ ਸੰਤ ਕਹਿ ਲਓ, ਤੁਸੀਂ ਫਕੀਰ ਕਹਿ ਲਓ, ਉਹ ਮੁਸਲਮਾਨਾਂ ਦੇ ਵਿੱਚ ਹੋਏ ਨੇ। ਉਹਨਾਂ ਦੀਆਂ 2 ਕਿਤਾਬਾਂ ਨੂੰ ਵਿਦਵਾਨ ਪੜ੍ਹਦੇ ਨੇ, ਗੁਲਿਸਤਾਂ ਤੇ ਬੋਸਤਾਂ, 2 ਕਿਤਾਬਾਂ ਨੇ। ਉਹ ਲਿਖਦੇ ਨੇ, ਕਹਿੰਦੇ ਬੰਦਿਆ ਤੂੰ ਫਿਕਰ ਨਾ ਕਰਿਆ ਕਰ, ਰਿਜ਼ਕ ਦੀ ਤਾਂ ਬਿਲਕੁਲ ਨਾ ਕਰਿਆ ਕਰ। ਤੇਰਾ ਹਜੇ ਜਨਮ ਨਹੀਂ ਹੁੰਦਾ, ਮਾਂ ਦੇ ਕੋਲੇ ਦੁੱਧ ਦੇ ਰੂਪ ਵਿੱਚ ਤੇਰੀ ਖੁਰਾਕ ਪਹਿਲਾਂ ਹੀ ਉਹ ਮੌਜੂਦ ਕਰ ਦਿੰਦਾ ਹੈ। ਕਮ ਸੇ ਕਮ ਰੋਟੀ ਦਾ ਫਿਕਰ ਤਾਂ ਕਰਨਾ ਛੱਡ ਦੇ, ਇੰਨਾ ਕੁ ਤਾਂ ਉੱਤੇ ਭਰੋਸਾ ਰੱਖ, ਤੈਨੂੰ ਦੇਵੇਗਾ। ਬਾਰ ਬਵਸਥਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖ ਸੂਦ। ਜਦੋਂ ਤੂੰ ਭਰੀ ਜਵਾਨੀ 'ਚ ਹੋ ਜਾਣਾ ਹੈ, ਜਦੋਂ ਤੇਰੇ ਤੇ ਜਵਾਨੀ ਆ ਜਾਂਦੀ ਆ, ਉਦੋਂ ਤੈਨੂੰ ਭੋਜਨ ਤੇਰੇ ਹੱਥ ਪੈਰ ਦਿੱਤੇ ਨੇ, ਤੂੰ ਕਮਾ ਸਕਦਾ, ਖਾ ਸਕਦਾ। ਤੈਨੂੰ ਅੰਨ ਉਗਾਉਣ ਲਈ ਉਹਨੇ ਧਰਤੀ ਦੇ ਦਿੱਤੀ ਆ। ਭਰ ਜੋਵਨ ਭੋਜਨ ਸੁਖ ਸੂਦ, ਤੈਨੂੰ ਸਮਝ ਦੇ ਦਿੱਤੀ ਆ।
ਬਿਰਧ ਭਇਆ ਉੱਪਰ ਸਾਕ ਸੈਣ। ਫਿਰ ਤੈਨੂੰ ਰਿਸ਼ਤੇ ਵੀ ਬਣਾ ਦਿੱਤੇ ਤੇਰੇ, ਕੁਝ ਨਾਨਕਿਆਂ ਦੇ, ਕੁਝ ਦਾਦਕਿਆਂ ਦੇ, ਕੁਝ ਸਹੁਰਿਆਂ ਦੇ, ਕੁਝ ਪੇਕਿਆਂ ਦੇ। ਇਹੀ ਬੰਦੇ ਦੇ ਨਾਤੇ ਹੁੰਦੇ ਨੇ ਨਾ। ਬਿਰਧ ਭਇਆ, ਜਦੋਂ ਤੂੰ ਬਜ਼ੁਰਗ ਹੋ ਜੇ ਤੈਨੂੰ ਰਿਸ਼ਤੇ ਨਾਤੇ ਵੀ ਦੇ ਦਿੱਤੇ। ਸਾਕ ਸੈਨ ਕਹਿੰਦੇ ਨੇ ਨਾਤਿਆਂ ਨੂੰ, ਰਿਸ਼ਤਿਆਂ ਨੂੰ, ਕਿ ਜਦ ਤੂੰ ਬੁੱਢਾ ਹੋ ਜਾਵੇਂ ਤੇ ਤੇਰੇ ਮੂੰਹ ਦੇ ਵਿੱਚ ਉਹ ਰੋਟੀ ਤੈਨੂੰ ਦੇ ਸਕਣ ਬੈਠੇ ਬੈਠੇ ਨੂੰ। ਮੁਖ ਅਪਿਆਓ ਬੈਠ ਕੋ ਦੇਣ। ਵਾਹਿਗੁਰੂ ਨੇ ਤੈਨੂੰ ਨਾਤੇ ਵੀ ਦਿੱਤੇ ਨੇ, ਰਿਸ਼ਤੇ ਵੀ ਬਖਸ਼ ਦਿੱਤੇ। ਜਦੋਂ ਤੂੰ ਬੁੱਢਾ ਹੋ ਗਿਆ ਤੈਨੂੰ ਸਾਂਭਣ ਵਾਸਤੇ। ਉਹ ਵੱਖਰੀ ਗੱਲ ਆ ਬੰਦਾ ਸਾਂਭਦਾ ਜਾਂ ਨਹੀਂ ਸਾਂਭਦਾ, ਪਰ ਗੁਰੂ ਸਾਹਿਬ ਨੇ ਇਹ ਰਿਸ਼ਤੇ ਦਿੱਤੇ ਨੇ ਨਾਨਕਿਆਂ ਦੇ, ਦਾਦਕਿਆਂ ਦੇ, ਪਤਨੀ ਦਾ, ਸਹੁਰਿਆਂ ਦੇ, ਪੇਕਿਆਂ ਦੇ। ਇਹ ਚੀਜ਼ਾਂ ਸਾਰੀਆਂ ਉਹਨੇ ਦਿੱਤੀਆਂ ਨੇ। ਬਿਰਧ ਭਇਆ ਉੱਪਰ ਸਾਕ ਸੈਨ, ਮੁਖਿਆ ਪਿਆਓ ਬੈਠ ਕੋ ਦੇਣ। ਮੈਂ ਮੰਜੇ ਤੇ ਬੈਠਾਂ, ਇਹ ਧੀਆਂ ਪੁੱਤਰ ਨੇ ਤੇ ਰੋਟੀ ਮੈਨੂੰ ਦੇਣਗੇ, ਸਾਂਭਣਗੇ। ਜਿਵੇਂ ਮੈਂ ਉਹਨਾਂ ਨੂੰ ਬਚਪਨ 'ਚ ਸਾਂਭਿਆ ਉਵੇਂ ਮੈਨੂੰ ਬਜ਼ੁਰਗੀ 'ਚ ਸਾਂਭਣਗੇ। ਫਰਜ਼ ਵੀ ਇਹੀ ਬਣਦਾ। ਜਦੋਂ ਮੈਂ ਬੋਲ ਨਹੀਂ ਸੀ ਸਕਦਾ, ਮੇਰੀ ਮਾਂ ਨੇ ਮੇਰਾ ਦਰਦ ਪਛਾਣਿਆ ਵੀ ਇਹਦਾ ਸਿਰ ਦੁਖਦਾ। ਜਦੋਂ ਜਵਾਕ ਦੰਦੀਆਂ ਕੱਢਦੇ ਨੇ ਉਹਨਾਂ ਨੂੰ ਬੜੀ ਪੀੜਾ ਹੁੰਦੀ ਆ, ਤੇ ਮਾਂ ਉਦੋਂ ਬੋਲ ਵੀ ਨਹੀਂ ਸਕਦੇ ਹੁੰਦੇ, ਸਮਝ ਲੈਂਦੀ ਹੈ ਇਹਦਾ ਸਿਰ ਦੁਖਦਾ, ਇਹਨੂੰ ਇਹ ਪਰੇਸ਼ਾਨੀ ਆ। ਜਦੋਂ ਮਾਂ ਪਿਓ ਬਜ਼ੁਰਗ ਹੋ ਜਾਣ ਉਦੋਂ ਫਿਰ ਬੱਚਿਆਂ ਨੂੰ ਵੀ ਉਵੇਂ ਸਾਂਭਣਾ ਚਾਹੀਦਾ ਜਿਵੇਂ ਬਚਪਨ 'ਚ ਉਹਨਾਂ ਸਾਂਭਿਆ ਸੀ ਉਹਨਾਂ ਦੇ ਮਾਂ ਪਿਓ ਨੇ। ਇਹ ਇਵੇਂ ਫਿਰ ਸਾਹਿਬ ਜੀ ਕਹਿੰਦੇ, ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਲੈਣ। ਇਹ ਨਾਤੇ ਤੈਨੂੰ ਤਾਂ ਹੀ ਦਿੱਤੇ ਸੀ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮਿੱਠਾ ਲਾਇਆ। ਜੇ ਮੋਹ ਨਾ ਹੁੰਦਾ ਮਾਂ ਨੇ ਦੁੱਧ ਨਹੀਂ ਸੀ ਪਿਲਾਉਣਾ। ਮੈਂ ਮੋਹ ਵੀ ਤਾਂ ਹੀ ਬਣਾਇਆ ਸੀ। ਅੱਗੇ ਕਹਿੰਦੇ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਪਰ ਬੰਦਾ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਿਆ। ਮੈਂ ਕੀ ਸੀ? ਮਾਂ ਦੇ ਗਰਭ 'ਚ ਇੱਕ ਬਿਲਕੁਲ ਬੂੰਦ ਸੀ, ਤੇ ਕੀ ਤੋਂ ਕੀ ਬਣਾ ਦਿੱਤਾ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਬਵਸਥਾ ਤੁਝੇ ਪਿਆਰੇ ਦੂਧ, ਦੁੱਧ ਦੀ ਖੁਰਾਕ ਮੈਨੂੰ ਦੇ ਦਿੱਤੀ, ਗਰਭ 'ਚ ਰੱਖਿਆ ਕਰ ਦਿੱਤੀ। ਪਰ ਬੰਦਾ ਇਹ ਸਮਝਿਆ ਨਹੀਂ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਬੰਦੇ ਨੇ ਉਹਦੇ ਗੁਣ ਨਹੀਂ ਜਾਣੇ ਮਾਲਕ ਦੇ। ਬਖਸ਼ ਲਿਹੋ ਤੋ ਨਾਨਕ ਸੀਜੈ। ਜਿਹਨੂੰ ਬਖਸ਼ ਲਵੇ ਗੁਰੂ ਜਾਂ ਰੱਬ ਜੀ ਬਖਸ਼ ਲੈਣ, ਉਹ ਸਮਝਦਾ ਕਿ ਪਰਮਾਤਮਾ ਦੇ ਕਿੰਨੇ ਕਰਜ਼ੇ ਮੇਰੇ ਤੇ ਪਏ ਨੇ। ਜਿਹਦਾ ਕਰਜ਼ਾ ਹੋਵੇ, ਦੇਖੋ ਇਵੇਂ ਤੁਹਾਨੂੰ ਹੋਰ ਸਮਝ ਲੱਗ ਜਾਵੇਗੀ। ਮੰਨ ਲਓ ਮੈਂ ਕਿਸੇ ਤੋਂ ਬਹੁਤ ਕਰਜ਼ਾ ਲੈ ਲਿਆ, 50 ਲੱਖ 60 ਲੱਖ ਰੁਪਏ, ਮੈਨੂੰ ਉਹਦੀ ਯਾਦ ਆਊਗੀ ਕਿ ਨਹੀਂ ਆਊਗੀ? ਉਹਦੇ ਮੈਂ ਦੇਣੇ ਆ, ਉਹਦੇ ਮੈਂ ਦੇਣੇ ਆ। ਬੰਦੇ ਨੂੰ ਨੀਂਦ ਨਹੀਂ ਆਉਂਦੀ ਫਿਰ। ਇਹ ਦੁਨਿਆਵੀ ਗੱਲ ਹੈ। ਗੁਰੂ ਦੇ ਮੇਰੇ ਤੇ ਬਹੁਤ ਕਰਜ਼ੇ ਆ। ਉਹਨੇ ਮੈਨੂੰ ਗਰਭ 'ਚ ਰੱਖਿਆ ਸੀ, ਉਹਨੇ ਮੈਨੂੰ ਮਾਂ ਪਿਤਾ ਇਹ ਦਾਤ ਦਿੱਤੀ ਆ। ਕਈਆਂ ਨੂੰ ਨਹੀਂ ਮਿਲਦੀ, ਅਨਾਥ ਹੀ ਹੁੰਦੇ ਨੇ। ਉਹਨੇ ਮੈਨੂੰ ਭੋਜਨ ਦਿੱਤਾ, ਉਹਨੇ ਮੈਨੂੰ ਸਵਾਰਿਆ, ਉਹਨੇ ਮੈਨੂੰ ਸ਼ਿੰਗਾਰਿਆ, ਉਹਨੇ ਮੈਨੂੰ ਬਜ਼ੁਰਗੀ ਦੇ ਵਿੱਚ ਬੱਚੇ ਦੇ ਦਿੱਤੇ ਜਿਹੜੇ ਮੈਨੂੰ ਸਾਂਭਣਗੇ। ਇੰਨਾ ਕੁਝ ਦੇ ਦਿੱਤਾ। ਉਹਦਾ ਕਰਜ਼ਾ ਆਮ ਮੈਂ ਕੁਝ ਲੱਖ ਰੁਪਈਆ ਲੈ ਲਿਆ ਜੀ ਤੋਂ, ਉਹਨੂੰ ਤਾਂ ਮੈਂ ਯਾਦ ਕਰੀ ਜਾਂਦਾ, ਮੈਨੂੰ ਰੋਟੀ ਨਹੀਂ ਸਵਾਦ ਲੱਗਦੀ, ਯਾਦ ਆਈ ਜਾਂਦੀ। ਜਿਹਦੇ ਇੰਨੇ ਕਰਜ਼ੇ ਨੇ ਉਹਨੂੰ ਮੈਂ ਯਾਦ ਨਹੀਂ ਕਰਦਾ। ਪਰ ਮਹਾਰਾਜ ਕਹਿੰਦੇ ਕੀ ਕਰੀਏ, ਕੀ ਕਰੀਏ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਜਿਹਨੂੰ ਤੂੰ ਬਖਸ਼ ਲਵੇਂਗਾ ਉਹੀ ਇਹ ਗੱਲਾਂ ਸਮਝੂਗਾ। ਉਹ ਜੀ ਦਰ ਤੋਂ ਉਹਦੇ ਤੋਂ ਬਖਸ਼ਿਆ ਗਿਆ ਮਾਲਕ ਦੇ, ਤਾਂ ਹੀ ਉਹਨੂੰ ਸਮਝ ਆ ਗਈ। ਉਹ ਬਖਸ਼ਿਆ ਨਹੀਂ ਗਿਆ ਅਜੇ, ਉਹ ਮਿਹਰ ਦੀ ਕਿਰਪਾ ਦੇ ਥੱਲੇ ਨਹੀਂ ਆਇਆ। ਉਹਦਾ ਭਾਂਡਾ ਮੂਧਾ ਵੱਜਿਆ। ਪਾਣੀ ਬੇਸ਼ੁਮਾਰ ਹੈ, ਬੂੰਦਾਂ ਆ ਰਹੀਆਂ ਨੇ ਆਕਾਸ਼ ਤੋਂ ਮੀਂਹ ਦੀਆਂ। ਜਿਹੜੇ ਭਾਂਡੇ ਸਿੱਧੇ ਨੇ ਉਹਨਾਂ 'ਚ ਸਮਾ ਗਿਆ ਪਾਣੀ। ਉਹਦੇ ਭਾਂਡੇ ਕਛ ਨਾ ਸਮਾਵੇ। ਜਿਨ੍ਹਾਂ ਦਾ ਭਾਂਡਾ ਹੀ ਮੂਧਾ ਵੱਜਿਆ ਸੀ ਉਹਨਾਂ 'ਚ ਕੁਝ ਵੀ ਨਹੀਂ ਟਿਕਿਆ। ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਬੰਦਾ ਅਕ੍ਰਿਤ ਘਣ ਜਿਹੜਾ ਪਰਮਾਤਮਾ ਦੇ ਕਰਜ਼ੇ ਨੂੰ ਯਾਦ ਨਹੀਂ ਕਰਦਾ। ਬਖਸ਼ ਲਿਹੋ ਤੋ ਨਾਨਕ ਸੀਜੈ। ਇਸ ਕਰਕੇ ਉਹੀ ਇਹ ਯਾਦ ਕਰਦੇ ਨੇ ਜਿਹੜੇ ਉਹਦੇ ਦਰਗਾਹ ਦੇ ਵਿੱਚ ਬਖਸ਼ੇ ਜਾਂਦੇ ਨੇ। ਇੱਕ ਕਬੀਰ ਸਾਹਿਬ ਜੀ ਦਾ ਇੱਕ ਇਹਦੇ ਨਾਲ ਹੀ
ਮਿਲਦਾ ਜੁਲਦਾ ਸ਼ਲੋਕ ਹੈ, ਬਹੁਤ ਸੋਹਣਾ ਹੈ, ਜਿਹਦੇ ਵਿੱਚ ਉਹ ਬੰਦੇ ਨੂੰ ਦੱਸਦੇ ਨੇ ਕਿ ਤੂੰ ਹੈ ਕੀ ਆ, ਤੂੰ ਜਿੰਨਾ ਕੁਝ ਮਰਜ਼ੀ ਕਰ ਲਾ, ਪਰ ਤੂੰ ਰਹਿਣਾ ਤਾਂ ਅੰਤ ਖੇਹ ਕੀ ਖੇਈ ਆ। ਕਬੀਰ ਨੌਬਤ ਆਪਣੀ ਦਿਨ 10 ਲਿਹੋ ਵਜਾਏ। ਕਹਿੰਦੇ ਕਬੀਰ ਸਾਹਿਬ ਜੀ ਨੌਬਤ ਕਹਿੰਦੇ ਨੇ ਗਲ 'ਚ ਮੈਂ ਢੋਲ ਪਾ ਕੇ ਵਜਾਵਾਂ, ਉਹਨੂੰ ਉਹ ਨੌਬਤ ਕਹਿੰਦੇ ਨੇ, ਢੋਲ ਜਿਹਨੂੰ ਕਿਹਾ ਜਾਂਦਾ। ਕਹਿੰਦੇ ਵਿਜਾਲਾ ਜਿੰਨਾ ਢੋਲ ਵਜਾਉਣਾ ਹੈ ਆਪਣਾ, ਉਹਨੂੰ ਰੱਬ ਨੂੰ ਭੁਲਾ ਕੇ, ਜਿਹੜਾ ਤੂੰ ਕਹਿੰਦਾ ਇਹਦੇ ਵਿੱਚ ਮੈਨੂੰ ਬੜਾ ਆਨੰਦ ਆ, ਮੈਂ ਬਹੁਤ ਖੁਸ਼ ਹਾਂ, ਵਿਜਾਲਾ ਜਿੰਨਾ ਢੋਲ ਵਜਾਉਣਾ ਹੈ। ਕਬੀਰ ਨੌਬਤ ਆਪਣੀ ਦਿਨ 10 ਲਿਹੋ ਵਜਾਏ। 10 ਕੁ ਦਿਨ ਵੱਜੂਗਾ ਢੋਲ ਤੇਰਾ। ਇਸ ਕਰਕੇ ਜਿਵੇਂ ਆਪਾਂ ਕਹਿੰਦੇ ਆ ਵੀ ਜ਼ਿੰਦਗੀ 4 ਦਿਨਾਂ ਦੀ ਹੁੰਦੀ ਆ, ਉਵੇਂ 4 ਦਿਨਾਂ ਦੀ ਹੁੰਦੀ ਥੋੜ੍ਹੀ ਆ। ਆਪਾਂ ਇੱਕ ਅਲੰਕਾਰ ਵਰਤਦੇ ਆ, ਉਦਾਹਰਨ ਕਹਿੰਦੇ ਹੁੰਦੇ ਆ 4 ਦਿਨਾਂ ਦੀ ਜ਼ਿੰਦਗੀ ਆ, ਮੈਂ 5 ਮਿੰਟ 'ਚ ਆਇਆ। 5 ਮਿੰਟ ਦਾ ਮਤਲਬ ਹੁੰਦਾ ਮੈਂ ਆਊਂਗਾ, ਤੂੰ ਉਡੀਕ ਕਰੀ। ਇਵੇਂ ਕਹਿੰਦੇ 10 ਕੁ ਦਿਨ ਆ ਤੇਰੇ ਕੋਲੇ, 10 ਕੁ ਦਿਨ ਆ। ਵਿਜਾਲਾ ਢੋਲ ਜਿਹੜਾ ਤੂੰ ਵਜਾਉਣਾ ਹੈ, ਨਦੀ ਨਾਵ ਸੰਜੋਗ ਜਿਉਂ ਬਹੁਰ ਨਾ ਮਿਲੇ ਹੈ ਆਏ। ਇਹ ਸਰੀਰ ਜਿਹੜਾ ਤੈਨੂੰ ਮਿਲਿਆ ਸੀ, ਇਹ ਨਦੀ ਨਾਵ ਸੰਜੋਗ, ਨਾਮ ਕਹਿੰਦੇ ਨੇ ਕਿਸ਼ਤੀ ਨੂੰ, ਨਾਉ ਕਹਿ ਦਿੰਦੇ ਨੇ ਹਿੰਦੀ 'ਚ। ਕਿਸ਼ਤੀ ਦੇ ਜਿਹੜੀ ਹੁੰਦੀ ਆ ਸਵਾਰ ਹੁੰਦੇ ਨੇ, ਉਹ ਕਿੰਨਾ ਕੁ ਸਮਾਂ ਇਕੱਠੇ ਰਹਿੰਦੇ ਹੁੰਦੇ ਨੇ, ਉਹ ਫਿਰ ਵੱਖਰੇ ਵੱਖਰੇ ਨਹੀਂ ਹੋ ਜਾਂਦੇ। ਇੱਕ ਪੱਤਣ ਤੋਂ ਦੂਜੇ ਪੱਤਣ ਤੱਕ ਜਾਂਦੇ ਜਾਂਦੇ ਉਹ ਖਿੰਡ ਜਾਂਦੇ ਨੇ। ਤੇਰਾ ਸਰੀਰ ਕਿਤੇ ਹੋਵੇਗਾ, ਤੇਰੀ ਜਿੰਦ ਕਿਤੇ ਹੋਵੇਗੀ, ਬਾਰ-ਬਾਰ ਨਹੀਂ ਇਹ ਤੈਨੂੰ ਮਿਲੇਗਾ। ਨਦੀ ਨਾਵ ਸੰਜੋਗ ਜਿਉਂ ਬਹੁਰ ਨਾ ਮਿਲ ਹੈ ਆਏ। ਇਸ ਕਰਕੇ ਤੂੰ ਢੋਲ ਵਜਾ ਲੈ, ਜੋ ਵਜਾਉਣਾ ਹੈ ਕਰ ਲਾ, ਪਰ ਅੰਤ ਕੀ ਵਾਰ ਨਹੀਂ ਕਛ ਤੇਰਾ। ਇਹ ਸਰੀਰ ਵੀ ਨਹੀਂ ਤੇਰਾ। ਇਸ ਕਰਕੇ ਗੁਰਸਿੱਖ ਪਿਆਰਿਓ, ਸਦਾ ਹੀ ਸਾਨੂੰ ਸੋਹਣੀਆਂ ਗੱਲਾਂ ਪੜ੍ਹਨੀਆਂ ਚਾਹੀਦੀਆਂ ਨੇ, ਸਿੱਖਣੀਆਂ ਚਾਹੀਦੀਆਂ ਨੇ, ਤੇ ਉਹਨਾਂ ਜੈਸਾ ਹੋਣ ਦਾ ਯਤਨ ਕਰਨਾ ਚਾਹੀਦਾ ਹੈ। 3 ਗੱਲਾਂ ਜਪਜੀ ਸਾਹਿਬ ਦੇ ਵਿੱਚ ਆਉਂਦੀਆਂ ਨੇ। ਆਪਾਂ ਵਾਰ-ਵਾਰ ਕਹਿੰਦੇ ਹੁੰਦੇ ਆ ਤੁਸੀਂ ਜਪਜੀ ਸਾਹਿਬ ਨੂੰ ਹੀ ਇੰਨੀ ਬਰੀਕੀ 'ਚ ਪੜ੍ਹੋ, ਇੰਨੀ ਬਰੀਕੀ 'ਚ ਪੜ੍ਹੋ ਕਿ ਤੁਹਾਨੂੰ ਪਤਾ ਲੱਗ ਜੇ ਕਿ ਬਾਣੀ ਕਹਿਣਾ ਕੀ ਚਾਹੁੰਦੀ ਹੈ। ਬਹੁਤ ਟੀਕੇ ਹੋਏ ਜਪਜੀ ਸਾਹਿਬ ਦੇ, ਸਿੱਖਾਂ ਨੇ ਵੀ ਕੀਤੇ, ਉੱਥੇ ਬਾਹਰੋਂ ਸਨਾਤਨ ਜਿਹੜੇ ਧਰਮ ਦੇ ਲੋਕ ਨੇ ਉਹਨਾਂ ਨੇ ਵੀ ਕੀਤੇ, ਨਿਰਮਲਿਆਂ ਨੇ ਵੀ ਕੀਤੇ, ਕਿਉਂਕਿ ਇਹਦੇ ਵਿੱਚੋਂ ਉਹਨਾਂ ਨੂੰ ਕੁਝ ਲੱਭਿਆ ਸੀ। ਭਾਈ ਵੀਰ ਸਿੰਘ ਜੀ ਨੇ ਟੀਕਾ ਕੀਤਾ ਹੈ ਗੁਰਬਾਣੀ ਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ, ਫਰੀਦਕੋਟੀਆਂ ਦਾ ਟੀਕਾ ਹੈ, ਬਾਬਾ ਹਰਬੰਸ ਸਿੰਘ ਜੀ ਉਹਨਾਂ ਨੇ ਕੀਤਾ ਹੈ, ਭਾਈ ਮਨਮੋਹਨ ਸਿੰਘ ਜੀ ਨੇ ਕੀਤਾ ਹੈ, ਆਚਾਰੀਆ ਰਜਨੀਸ਼ ਨੇ ਕੀਤਾ ਹੈ, ਸੰਤ ਵਿਨੋਬਾ ਭਾਵੇ ਨੇ ਕੀਤਾ ਹੈ, ਨਿਰਮਲਿਆਂ ਨੇ ਕੀਤਾ ਹੈ। ਹੁਣ ਆਪਾਂ ਕਹੀਏ ਵੀ ਕਿਹੜਾ ਟੀਕਾ ਸਹੀ ਆ, ਕਿਹੜਾ ਟੀਕਾ ਸਹੀ ਆ? ਸਾਰੇ ਹੀ ਸਹੀ ਨੇ। ਆਪ ਆਪਣੀ ਬੁੱਧ ਹੈ ਜੇਤੀ, ਉਹਨਾਂ ਨੇ ਖੋਜਿਆ ਗੁਰ ਸਾਗਰ ਗੁਰ ਸਮੁੰਦਰ ਸੀ, ਰਤਨੀ ਭਰਪੂਰੇ, ਰਤਨਾਂ ਨਾਲ ਭਰਿਆ ਸੀ, ਉਹਨਾਂ ਨੇ ਚੁਗ ਲਿਆ। ਬਾਹਰੋਂ ਜਿਹੜੇ ਆਚਾਰੀਆ ਨੇ ਉਹ ਤਾਂ ਇਹਨੂੰ ਖੋਜੀ ਜਾਂਦੇ ਨੇ। ਸਿੱਖਾਂ ਦੇ ਘਰੇ ਜਨਮ ਲੈ ਕੇ ਅਸੀਂ ਜਪਜੀ ਸਾਹਿਬ ਦੇ ਅਰਥਾਂ ਨੂੰ ਅਰਥਾਂ ਸਮੇਤ ਨਹੀਂ ਪੜ੍ਹ ਰਹੇ। ਪਹਿਲਾਂ ਬਾਣੀ ਹੌਲੀ ਹੌਲੀ ਬੱਚਾ ਇਵੇਂ ਹੀ ਪੜ੍ਹਦਾ, ਅਰਥਾਂ ਤੋਂ ਬਿਨਾਂ, ਪਹਿਲਾਂ ਉਹ ਇਵੇਂ ਹੀ ਪੜ੍ਹੂਗਾ। ਪਰ ਹੁਣ ਆਪਾਂ ਵੱਡੇ ਹੋ ਗਏ, ਹੁਣ ਸਾਨੂੰ ਥੋੜ੍ਹੀ ਜਿਹੀ ਅਰਥਾਂ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਕਹਿੰਦੀ ਕੀ ਹੈ ਬਾਣੀ। ਨਿੱਕੇ ਬੱਚੇ ਨੂੰ ਨਹੀਂ ਪਤਾ, ਹਾਂ ਉਹਨੂੰ ਉਹ ਬਹੁਤ ਵਧੀਆ ਜੇ ਉਹ ਪੜ੍ਹ ਰਿਹਾ, ਜਦ ਨੂੰ ਉਹਨੇ ਵੱਡਾ ਹੋਣਾ ਉਹਨੂੰ ਕੰਠ ਹੋ ਜਾਣੀ, ਉਹਨੂੰ ਪੜ੍ਹਨੀ ਸੌਖੀ ਹੋ ਜਾਣੀ। ਇਸ ਕਰਕੇ ਬਾਣੀ ਪੜ੍ਹਨੀ ਬੜੀ ਜ਼ਰੂਰੀ ਆ। ਪਰ ਜਦੋਂ ਆਪਾਂ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਹਾਂ ਉਦੋਂ ਅਰਥਾਂ ਨਾਲ ਪੜ੍ਹਨੀ ਬੜੀ ਜ਼ਰੂਰੀ ਆ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ ਸੋ ਸੁਖੀਆ। ਧੰਨ ਉਸ ਜਨਮਾ, ਉਹਦਾ ਜਨਮ ਮੁਬਾਰਕ ਹੈ, ਉਹਨੂੰ ਹੀ ਕਹਾਂਗੇ ਕੰਗ੍ਰੈਚੁਲੇਸ਼ਨ ਤੇਰੇ ਜਨਮ ਨੂੰ, ਕਿਉਂਕਿ ਤੂੰ ਇਹਨੂੰ ਸਫਲ ਕਰ ਗਿਆ। ਨਾਨਕ ਤਿਸ ਬਲਿਹਾਰੀ, ਉਹਨੂੰ ਗੁਰੂ ਸਾਹਿਬ ਜੀ ਮੁਬਾਰਕਾਂ ਦੇ ਦਿੰਦੇ ਨੇ। ਸੋ ਇਹੀ ਤੁਹਾਡੇ ਅੱਗੇ ਬੇਨਤੀਆਂ ਨੇ। ਜਿੰਨੀ ਕੁ ਬਾਣੀ ਤੁਸੀਂ ਪੜ੍ਹਦੇ ਹੋ ਬਹੁਤ ਚੰਗੀ ਗੱਲ ਹੈ, ਜਿੰਨੀ ਸੰਗਤ ਕਰਦੇ ਹੋ ਬਹੁਤ ਚੰਗੀ ਗੱਲ ਹੈ। ਪਰ ਉਸ ਦਿਨ ਚੰਗੀ ਗੱਲ ਇਦੋਂ ਵੀ ਕਿਤੇ ਜ਼ਿਆਦਾ ਹੋਵੇਗੀ ਜਦੋਂ ਤੁਸੀਂ ਜਪਜੀ ਸਾਹਿਬ ਨੂੰ ਹੀ ਅਰਥਾਂ ਦੇ ਨਾਲ ਪੜ੍ਹਨਾ ਸ਼ੁਰੂ ਕਰੋਗੇ ਤੇ ਸਮਝਣਾ ਸ਼ੁਰੂ ਕਰੋਗੇ ਤੇ ਆਪਦੇ ਜੀਵਨ 'ਚ ਲਿਆਵੋਗੇ ਤੇ ਜਪਜੀ ਸਾਹਿਬ ਤੁਹਾਡੇ ਮੱਥੇ 'ਚੋਂ ਝਲਕੇਗਾ, ਤੁਹਾਡੀਆਂ ਗੱਲਾਂ 'ਚੋਂ ਝਲਕੇਗਾ। ਇਹੀ ਬੇਨਤੀਆਂ ਇੰਨੀਆਂ ਕੁ ਹਨ ਜੀ। ਪ੍ਰਵਾਨ ਕਰੋ।
ਗੁਰੂ ਅਰਜਨ ਦੇਵ ਜੀ ਦੀ ਸ਼ਾਨ ਬਹੁਤ ਹੀ ਉੱਚੀ ਹੈ। ਬੋਲਦਿਆਂ ਇੱਕ ਨਹੀਂ ਬਹੁਤ 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 ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਵਾਹਿਗੁਰੂ ਕਹੀਏ ਵੈਰੀ ਮਿੱਤਰ, ਵਾਹਿਗੁਰੂ ਕਹਿਆਂ ਮੁਖ ਪਵਿੱਤਰ, ਵਾਹਿਗੁਰੂ ਕਹਿਆਂ ਦੁੱਖ ਵੀ ਤਿੱਤਰ। ਆਓ ਗੁਰਸਿੱਖ ਪਿਆਰਿਓ, ਇਸ ਐਸੇ ਮਾਲਕ ਨੂੰ ਯਾਦ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕਰਨਾ ਕਰੀਏ ਜੀ। ਵਾਹਿਗੁਰੂ 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 ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ